ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਭਗਤ ਕਬੀਰ ਜੀ ਦੀ ਬਾਣੀ। ਕੱਲ ਆਪਾਂ ਵਿਚਾਰਦੇ ਸੀ, ਸਾਨੂੰ ਸਮਝਾ ਰਹੇ ਸੀ ਬਾਬਾ ਕਬੀਰ ਜੀ ਕਿ ਜਿੰਨੇ ਵੀ ਸੰਸਾਰੀ ਜੀਵ ਯਤਨ ਕਰਦੇ ਨੇ ਆਪਣੀ ਮਤ ਦੁਆਰਾ, ਸਾਰੇ ਭਵ ਸਾਗਰ 'ਚ ਡੁੱਬਦੇ ਨੇ, ਕੋਈ ਵੀ ਨਹੀਂ ਤਰਦਾ। ਜਿੰਨੇ ਵੀ ਕਰਮ ਧਰਮ ਅਸੀਂ ਕਰਦੇ ਹਾਂ, ਹਉਮੈ ਹੈ। ਜੇਤੇ ਯਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ। ਕਰਮ ਧਰਮ ਕਰਤੇ ਬਹੁਤ ਸੰਜਮ, ਆਹ ਬੁੱਧ ਮਨ ਚਾਰਿਓ ਰੇ। ਕਰਮ ਧਰਮ ਦੇ ਵਿੱਚ ਫਸ ਕੇ ਬੰਦਾ ਹੰਕਾਰ ਦੇ ਵਿੱਚ ਆਉਂਦਾ ਹੈ, ਇਸ ਕਰਕੇ ਡੁੱਬਦਾ ਹੈ, ਕਿਉਂਕਿ ਹਉਮੈ ਪ੍ਰਭੂ ਨੂੰ ਨਹੀਂ ਪਾਉਂਦੀ। ਕਹਿ ਕਬੀਰ ਗੁਰ ਮਿਲਤ ਮਹਾਰਸ, ਪ੍ਰੇਮ ਭਗਤ ਨਿਸਤਾਰਿਓ ਰੇ। ਤੇ ਬਾਬਾ ਕਬੀਰ ਸਮਝਾਉਂਦੇ ਨੇ ਕਿ ਗੁਰ ਮਿਲਣ ਦੇ ਨਾਲ ਮਹਾਰਸ, ਹਰ ਰਸ ਪ੍ਰਾਪਤ ਹੁੰਦਾ ਹੈ, ਪ੍ਰੇਮ ਭਗਤੀ ਸ਼ੁਰੂ ਹੁੰਦੀ ਹੈ, ਜਿਸ ਦੇ ਨਾਲ ਫਿਰ ਸਾਡਾ ਨਿਸਤਾਰਾ ਹੁੰਦਾ ਹੈ। ਕਹਿ ਕਬੀਰ ਗੁਰ ਮਿਲਤ ਮਹਾਰਸ, ਪ੍ਰੇਮ ਭਗਤ ਨਿਸਤਾਰਿਓ। ਕਿਉਂਕਿ ਪ੍ਰੇਮ ਭਗਤੀ ਹੀ ਪ੍ਰਭੂ ਦੀ ਭਗਤੀ ਹੈ। ਪ੍ਰਭੂ ਦੇ ਨਾਲ ਪ੍ਰੇਮ ਕਰਨਾ ਹੀ ਉਸ ਦੀ ਭਗਤੀ ਹੈ। ਜੋ ਉਸ ਨੂੰ ਪ੍ਰੇਮ ਕਰੇਗਾ ਉਹੀ ਉਸ ਨੂੰ ਪਾਉਂਦਾ ਹੈ। ਹੋਰ ਅਸੀਂ ਕੁਛ ਵੀ ਕਰ ਲਈਏ, ਜੋ ਵੀ ਮਰਜ਼ੀ ਕਰ ਲਈਏ, ਪ੍ਰਭੂ ਖੁਸ਼ ਨਹੀਂ ਹੁੰਦਾ। ਸਿਰਫ ਸਾਚ ਕਹੋ ਸੁਣ ਲਿਓ ਸਭ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਆਪਾਂ ਇੱਥੇ ਤੱਕ ਕੱਲ ਵਿਚਾਰ ਕੀਤੀ ਸੀ। ਆਓ ਅੱਗੇ ਅਗਲਾ ਗੌੜੀ ਵਿਚਾਰਦੇ ਹਾਂ। ਰਹੋ ਪੰਕਤੀਆਂ ਨੇ ਸ਼ਬਦ ਦੀਆਂ, ਬਿਖੈ ਬਾਚ ਹਰ ਰਾਚ, ਸਮਝ ਮਨ ਬੌਰਾ ਰੇ। ਮਨ ਨੂੰ, ਜਿਹੜਾ ਮਨ ਕਮਲਾ ਹੈ, ਬੌਰਾ ਹੈ, ਜਿਸ ਨੂੰ ਗਿਆਨ ਨਹੀਂ, ਤੇ ਉਸ ਨੂੰ ਸਮਝਾ ਰਹੇ ਨੇ ਕਿ ਤੂੰ ਹਰੀ ਦੇ ਵਿੱਚ ਰਚ ਤੇ ਬਿਖ ਤ੍ਰੈ ਗੁਣਾ ਤੋਂ ਬਚ। ਬਿਖੈ ਬਾਚ ਹਰ ਰਾਚ, ਸਮਝ ਮਨ ਬੌਰਾ ਰੇ। ਵੀ ਇਹ ਸਮਝ ਕਿਵੇਂ ਬਿਖਿਆ ਦੇ ਤੋਂ ਅਸੀਂ ਬਚਣਾ ਹੈ, ਹਰੀ ਦੇ ਵਿੱਚ ਕਿਵੇਂ ਰੱਤੇ ਜਾਣਾ ਹੈ। ਤੂੰ ਕਮਲਾ ਮਨ ਹੈ, ਤੂੰ ਸਮਝ ਇਸ ਨੂੰ, ਕਿ ਇਹਨਾਂ ਤੋਂ ਸਮਝੇਗਾ ਜਿਹੜਾ ਸਮਝਿਆ ਹੈ। ਕਿਉਂਕਿ ਸ਼ਬਦ ਤੋਂ ਬਿਨਾਂ ਸਾਰਾ ਸੰਸਾਰ ਬੌਰਾ ਹੈ। ਬਿਨ ਸ਼ਬਦ ਹੈ ਜਗ ਬੌਰਾ ਨਾ। ਸ਼ਬਦ ਕਿਹੜਾ ਹੈ? ਗੁਰ। ਗੁਰ ਸ਼ਬਦ ਤੋਂ ਬਿਨਾਂ ਬੌਰਾ ਹੈ। ਨਿਰਭੈ ਹੋਏ ਨਾ ਹਰ ਭਜੇ, ਮਨ ਬੌਰਾ ਰੇ, ਗਇਓ ਨਾ ਰਾਮ ਜਹਾਜ਼। ਕਿ ਮਨ ਨੂੰ ਸਮਝਾਉਂਦੇ ਨੇ ਕਿ ਤੂੰ ਰਾਮ ਜਹਾਜ਼, ਜੋ ਜਹਾਜ਼ ਜਿਸ ਨੂੰ ਆਪਾਂ ਵਾਹਿਗੁਰੂ ਸ਼ਬਦ ਵੀ ਕਹਿੰਦੇ ਹਾਂ, ਜਿਸ ਨੂੰ ਆਪਾਂ ਪੜ੍ਹਦੇ ਹਾਂ। ਜਦੋਂ ਅਰਦਾਸ ਤੋਂ ਬਾਅਦ ਆਪਾਂ ਵਿਚਾਰਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਇੱਥੇ ਰਾਮ ਜਹਾਜ਼ ਦੀ ਗੱਲ ਕੀਤੀ ਹੈ। ਗੁਰ ਦਾ ਜਹਾਜ਼ ਹੈ ਜਿਹੜਾ, ਵੀ ਉਹ ਗੁਰ ਦਾ ਜਹਾਜ਼ ਤੂੰ ਲਿਆ ਨਹੀਂ, ਉਸ ਨੂੰ ਪ੍ਰਾਪਤ ਨਹੀਂ ਕੀਤਾ। ਇਸ ਕਰਕੇ ਤੂੰ ਨਿਰਭੈ ਹੋ ਕੇ ਹਰੀ ਨੂੰ ਨਹੀਂ ਭਜਦਾ, ਕਿ ਤੂੰ ਕਮਲਾ ਹੋ ਗਿਆ ਹੈ, ਤੂੰ ਬੌਰਾ ਹੈ। ਇਸ ਕਰਕੇ ਤੂੰ ਸਮਝ, ਗਿਆਨ ਲੈ। ਨਿਰਭੈ ਹੋਏ ਨਾ ਹਰ ਭਜੇ, ਮਨ ਬੌਰਾ ਰੇ, ਗਇਓ ਨਾ ਰਾਮ ਜਹਾਜ਼। ਇਸ ਕਰਕੇ ਤੂੰ ਉਸ ਗੁਰ ਸ਼ਬਦ ਦਾ ਗਿਆਨ ਨਹੀਂ ਲਿਆ, ਜਿਹਦੇ ਦੁਆਰਾ, ਜਿਹੜਾ ਜਹਾਜ਼ ਹੈ ਜਿਹਨੇ ਸਾਨੂੰ ਭਵ ਸਾਗਰ ਤੋਂ ਪਾਰ ਕਰਨਾ ਹੈ, ਜੋ ਗੁਰ ਦਾ ਗਿਆਨ ਹੈ। ਇਹ ਰਹੋ ਪੰਕਤੀਆਂ ਨੇ। ਇਸ ਕਰਕੇ ਉਸ ਨੂੰ ਸਮਝ।
ਵਿਖੈ ਵਾਚ ਹਰ ਰਾਚ ਸਮਝ ਮਨ ਬੋਲਾ, ਵੀ ਇਹਨੂੰ ਸਮਝ ਤੂੰ। ਆਓ ਹੁਣ ਆਪਾਂ ਅੱਗੇ ਵਿਚਾਰ ਸ਼ੁਰੂ ਕਰਦੇ ਹਾਂ। ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼। ਉਹ ਜਿਹੜਾ ਸੰਸਾਰ ਹੈ, ਜਿਹੜੀ ਉਸ ਦੀ ਰਚਨਾ ਹੈ ਪਰਮੇਸ਼ਰ ਦੀ, ਇਹ ਦੱਸਿਆ ਹੈ ਕਿ ਹਸਤਨੀ ਹੈ, ਨਕਲੀ, ਕਾਲਬੂਤੀ। ਉਦਾਹਰਨ ਕਿਉਂ ਦਿੱਤੀ ਹੈ? ਕਿਉਂਕਿ ਜੋ ਹਾਥੀ ਹੈ ਉਸ ਨੂੰ ਕਾਮੀ ਕਿਹਾ ਹੈ। ਸਭ ਤੋਂ ਜ਼ਿਆਦਾ ਕਾਮ ਜੇ ਹੈ ਤਾਂ ਹਾਥੀ ਦੇ ਵਿੱਚ ਹੈ। ਹਾਥੀ ਜੇ ਫਸਦਾ ਹੈ ਤੇ ਕਾਮ ਦੇ ਜ਼ਰੀਏ ਫਸਦਾ ਹੈ, ਨਹੀਂ ਉਸ ਨੂੰ ਪਕੜ ਨਹੀਂ ਸਕਦਾ ਹਾਥੀ ਨੂੰ ਕੋਈ। ਲੇਕਿਨ ਉਸ ਨੂੰ ਪਕੜਨ ਦਾ, ਉਸ ਨੂੰ ਬੰਦੀ ਬਣਾਉਣ ਦਾ ਜੋ ਤਰੀਕਾ ਹੈ ਉਹ ਫਿਰ ਕੀ ਹੈ ਕਿ ਉਸ ਦੇ ਅੰਦਰ ਔਗਣ ਹੈ, ਉਹ ਕਾਮੀ ਹੈ। ਇਸ ਕਰਕੇ ਉਸ ਨੂੰ ਪਕੜਨ ਵਾਸਤੇ ਇੱਕ ਕਾਲਬੂਤ ਦੀ ਹਸਤਨੀ ਤਿਆਰ ਕਰਦੇ ਨੇ। ਦੱਸਦੇ ਨੇ ਕਿ ਥੱਲੇ ਬਹੁਤ ਡੂੰਘਾ ਟੋਆ ਪੱਟ ਲੈਂਦੇ ਨੇ, ਉੱਪਰ ਡੱਕਿਆਂ ਦੀ ਛੱਤ ਪਾ ਕੇ ਹਲਕੀ ਜੀ ਉੱਪਰ ਇੱਕ ਬਣਾਉਟੀ ਹਸਤਨੀ ਤਿਆਰ ਕਰ ਦਿੰਦੇ ਨੇ। ਤੇ ਫਿਰ ਹਾਥੀ ਕਾਮੀ ਹੋਣ ਕਰਕੇ ਤੇ ਆ ਕੇ ਟੋਏ ਦੇ ਵਿੱਚ ਡਿੱਗ ਪੈਂਦਾ ਹੈ। ਤੇ ਟੋਏ 'ਚ ਡਿੱਗ ਪੈਂਦਾ ਹੈ, ਉਸ ਨੂੰ ਕੁਝ ਸਮਾਂ ਟੋਏ 'ਚ ਰਹਿਣ ਦਿੰਦੇ, ਕਮਜ਼ੋਰ ਹੋ ਜਾਂਦਾ। ਪਕੜ ਕੇ ਫਿਰ ਉਸ ਨੂੰ ਘਰ ਘਰ ਲੈ ਕੇ ਜਾਂਦੇ ਨੇ, ਮੰਗਦਾ ਫਿਰਦਾ ਹੈ। ਜਿਵੇਂ ਆਪਣੇ ਲੈ ਕੇ ਆਉਂਦੇ ਨੇ ਸਾਧ, ਜਿਹਨੂੰ ਆਪਾਂ ਸਾਧ ਵੀ ਕਹਿ ਦਿੰਦੇ ਹਾਂ। ਇੱਦਾਂ ਮਨ ਨੂੰ, ਇੱਦਾਂ ਹਾਥੀ ਨੂੰ ਪਕੜਨ ਵਾਸਤੇ ਤਰੀਕਾ ਹੈ। ਇੱਦਾਂ ਹੀ ਸਾਨੂੰ ਦੱਸਿਆ, ਕਾਮ ਸੁਆਏ ਗਜ ਬਸ ਪਰੇ, ਮਨ ਬੌਰਾ ਰੇ, ਅੰਕਸ ਸਹਿਓ ਸੀਸ। ਵੀ ਫਿਰ ਉਹ ਮਾਰ ਵੀ ਸਹਿੰਦਾ ਹੈ, ਪਰ ਬਸ ਕਿਵੇਂ ਪੈਂਦਾ ਹੈ? ਕਾਮ ਸੁਆਏ ਗਜ ਬਸ ਪਰੇ, ਵੀ ਇੱਦਾਂ ਉਹ ਕਾਬੂ ਆ ਜਾਂਦਾ ਹੈ, ਦੂਜਿਆਂ ਦੇ ਬਸ ਪੈ ਜਾਂਦਾ ਹੈ। ਕਮਲਾ ਹੋਣ ਕਰਕੇ, ਗਿਆਨ ਨਾ ਹੋਣ ਕਰਕੇ ਇੱਦਾਂ ਹੀ ਕਹਿੰਦੇ ਫਿਰ ਉਸ ਨੂੰ ਮਾਰ ਵੀ ਪੈਂਦੀ ਹੈ। ਅੰਕਸ ਸਹਿਓ ਸੀਸ, ਫਿਰ ਦੁੱਖ ਸਹਾਰਦਾ ਹੈ, ਆਜ਼ਾਦੀ ਖਤਮ ਹੋ ਜਾਂਦੀ ਹੈ। ਇੱਦਾਂ ਹੋਰ ਉਦਾਹਰਨਾਂ ਦਿੱਤੀਆਂ ਨੇ ਕਿਵੇਂ ਜੀਅ ਫਸਦਾ ਹੈ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ। ਹੁਣ ਦੱਸਦੇ ਨੇ ਜਿਹੜਾ ਬਾਂਦਰ ਹੈ, ਬਾਂਦਰ ਬਹੁਤ ਤੇਜ਼ ਹੈ। ਬਾਂਦਰ ਨੂੰ ਪਕੜਨਾ ਵੀ ਕੋਈ ਸੌਖਾ ਨਹੀਂ ਹੈ, ਕਿਉਂਕਿ ਛਾਲਾਂ ਮਾਰਦਾ ਹੈ, ਕਿਤੇ ਤੇ ਕਿਤੇ ਚਲੇ ਜਾਂਦਾ ਹੈ। ਹੁਣ ਉਸ ਦੇ ਵਿੱਚ ਵੀ ਇੱਕ ਕਮਜ਼ੋਰੀ ਹੈ, ਲਾਲਚੀ ਹੈ ਬਹੁਤ। ਤੇ ਦੱਸਦੇ ਨੇ ਕਿ ਸ਼ਿਕਾਰੀ ਜਦੋਂ ਬਾਂਦਰ ਨੂੰ ਫੜਦਾ ਹੈ, ਕੀ ਕਰਦਾ ਹੈ ਕਿ ਇੱਕ ਕੁੱਜੀ ਲੈਂਦਾ ਹੈ ਤੰਗ ਮੂੰਹ ਵਾਲੀ, ਤੇ ਉਸ ਦੇ ਵਿੱਚ ਦਾਣੇ ਪਾ ਦਿੰਦਾ, ਖਿੱਲਾਂ ਪਾ ਦਿੰਦਾ ਹੈ, ਉਸ ਨੂੰ ਦੱਬ ਦਿੰਦਾ ਹੈ ਧਰਤੀ ਦੇ ਵਿੱਚ। ਇਹਨਾਂ ਦੱਬ ਦਿੰਦਾ ਹੈ ਕਿ ਉਹ ਬਾਂਦਰ ਤੋਂ ਚੱਕ ਨਾ ਹੋਵੇ, ਪੱਟ ਨਾ ਹੋਵੇ ਧਰਤੀ 'ਚੋਂ। ਤੇ ਉਹ ਖਿੱਲਾਂ ਪਾ ਕੇ ਰੱਖਦਾ, ਤੇ ਬਾਂਦਰ ਆਉਂਦਾ ਹੈ, ਦੇਖਦਾ ਹੈ ਕਿ ਇਸ ਦੇ ਵਿੱਚ ਦਾਣੇ ਨੇ, ਖਿੱਲਾਂ ਨੇ ਕੁੱਜੀ ਦੇ ਵਿੱਚ। ਉਹ ਹੱਥ ਪਾਉਂਦਾ ਹੈ ਤੇ ਮੁੱਠੀ ਭਰ ਲੈਂਦਾ ਹੈ, ਪਰ ਉਹ ਕੁੱਜੀ ਦਾ ਮੂੰਹ ਤੰਗ ਹੈ ਕਿ ਹੱਥ ਪੈ ਤਾਂ ਜਾਂਦਾ, ਖਾਲੀ ਹੱਥ ਪੈ ਸਕਦਾ, ਭਰਿਆ ਹੱਥ ਬਾਹਰ ਨਹੀਂ ਆ ਸਕਦਾ। ਤੇ ਫਿਰ ਕੀ ਹੁੰਦਾ ਕਿ ਹਾਥੀ ਦੇਖਦਾ ਹੈ ਕਿ ਹੱਥ ਫਸ ਗਿਆ, ਮੁੱਠੀ ਖੋਲ੍ਹਦਾ ਨਹੀਂ। ਜੇਕਰ ਮੁੱਠੀ ਖੋਲ੍ਹ ਦੇਵੇ ਤੇ ਫਿਰ ਹੱਥ ਬਾਹਰ ਨਿਕਲ ਸਕਦਾ ਹੈ ਕੁੱਜੀ 'ਚੋਂ, ਲੇਕਿਨ ਉਹ ਲਾਲਚੀ ਹੈ, ਲੋਭੀ ਹੈ, ਇਸ ਕਰਕੇ ਉਹ ਮੁੱਠੀ ਨਹੀਂ ਖੋਲ੍ਹਦਾ, ਦਾਣੇ ਨਹੀਂ ਛੱਡਦਾ, ਤੇ ਚੰਗਿਆੜਾ ਮਾਰਦਾ ਹੈ, ਰੌਲਾ ਪਾਉਂਦਾ ਹੈ, ਤੇ ਸ਼ਿਕਾਰੀ ਆ ਕੇ ਉਸ ਨੂੰ ਪਕੜ ਲੈਂਦਾ ਹੈ, ਉਸ ਦੇ ਗਲ ਦੇ ਵਿੱਚ ਸੰਗਲੀ ਪਾ ਲੈਂਦਾ ਹੈ, ਤੇ ਉਸ ਨੂੰ ਫਿਰ ਨਚਾਉਂਦਾ ਫਿਰਦਾ ਹੈ। ਇਹ ਹਾਲਤ ਸਾਡੇ ਮਨ ਦੀ ਹੈ, ਜੋ ਪਰਮੇਸ਼ਰ ਨੇ ਇਹ ਰਚਨਾ ਰਚੀ ਹੈ। ਉਦਾਹਰਨਾਂ ਸਾਨੂੰ ਦਿੱਤੀਆਂ ਨੇ ਕਿਵੇਂ ਜੀਵ ਫਸਦਾ ਹੈ, ਕਿਵੇਂ ਆਪਣੀ ਆਜ਼ਾਦੀ ਤੋਂ ਬੰਧਨਾਂ 'ਚ ਪੈ ਜਾਂਦਾ ਹੈ, ਲਾਲਚ ਦੇ ਵਸ ਹੋ ਕੇ। ਔਗਣ ਨੇ ਸਾਡੇ ਅੰਦਰ, ਕਿਸੇ ਦੇ ਅੰਦਰ ਕੋਈ ਔਗਣ ਹੈ, ਜਿਵੇਂ ਹਾਥੀ ਹੈ, ਕਾਮ ਦਾ ਔਗਣ ਹੈ,
ਬਾਂਦਰ ਹੈ, ਲੋਭ ਹੈ, ਲਾਲਚ ਹੈ। ਇੱਦਾਂ ਹੀ ਉਦਾਹਰਨ ਹੋਰ ਦਿੰਦੇ ਨੇ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਥ ਪਸਾਰ, ਛੂਟਣ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਵੀ ਪਕੜਿਆ ਗਿਆ ਉਹ ਘਰ ਘਰ ਨੱਚਦਾ ਹੈ, ਛੁੱਟਣੀ ਆਜ਼ਾਦ ਨਹੀਂ ਹੁੰਦਾ। ਇੱਦਾਂ ਸਾਡਾ ਮਨ ਫਸਦਾ ਹੈ। ਉਦਾਹਰਨ ਹੋਰ ਦਿੰਦੇ ਨੇ, ਜਿਉ ਨਲਨੀ ਸੂਟਾ ਗਇਓ ਮਨ ਬੌਰਾ ਰੇ, ਮਾਇਆ ਇਹ ਵਿਵਹਾਰ। ਤੋਤੇ ਨੂੰ ਸੂਟਾ ਕਹਿੰਦੇ, ਤੋਤੇ ਨੂੰ। ਨਲਨੀ ਹੈ ਸ਼ਿਕਾਰੀ ਤੋਤੇ ਨੂੰ ਪਕੜਨ ਦੇ ਵਾਸਤੇ ਜੁਗਤੀ ਲਾਉਂਦੇ ਨੇ। ਕੀ ਕਰਦੇ ਨੇ, ਦੱਸਦੇ ਨੇ ਕਿ ਪਾਣੀ ਦੇ ਵਿੱਚ ਥੱਲੇ ਪਾਣੀ ਹੋਵੇ ਤੇ ਉਹ ਕੀ ਕਰਦੇ ਨੇ ਕਿ ਉਸ ਇੱਕ ਡੰਡਾ ਗੱਡਦੇ ਨੇ, ਉਸ ਡੰਡੇ ਨੂੰ ਇੱਕ ਡੰਡਾ ਉੱਤੇ ਹੋਰ ਬੰਨ੍ਹ ਦਿੰਦੇ ਨੇ, ਇੱਕ ਖੜਮਾ ਡੰਡਾ ਗੱਡਦੇ ਨੇ, ਉਸ ਦੇ ਉੱਤੇ ਇੱਕ ਪੈਵਾਂ ਡੰਡਾ, ਇੱਕ ਉਹਦਾ ਬਰਾਬਰ ਸਮਾਨਤਾ ਬਣਾ ਕੇ ਵਿਚਾਲੇ ਉਸ ਨੂੰ ਬੰਨ੍ਹ ਦਿੰਦੇ ਨੇ ਪੈਵਾਂ ਕਰਕੇ, ਤੇ ਉਸ ਦੇ ਦੁਵੱਲੇ ਛੋਟੇ ਛੋਟੀਆਂ ਦੋ ਕੁੱਜੀਆਂ ਬੰਨ੍ਹ ਦਿੰਦੇ ਨੇ, ਜਿਨ੍ਹਾਂ ਦੇ ਵਿੱਚ ਦਾਣੇ ਪਾ ਦਿੰਦੇ ਨੇ। ਤੇ ਤੋਤਾ ਦੇਖਦਾ ਹੈ ਕਿ ਦਾਣੇ ਨੇ, ਤੋਤਾ ਆ ਕੇ ਵਿਚਾਲੇ ਬਹਿ ਜਾਂਦਾ ਹੈ ਜਿੱਥੇ ਬੰਨਿਆ ਹੁੰਦਾ ਹੈ ਡੰਡਾ। ਉਸ ਤੋਂ ਬਾਅਦ ਉਹ ਦਾਣਿਆਂ ਵੱਲ ਨੂੰ ਚੱਲਦਾ ਹੈ। ਜਦੋਂ ਉਸ ਪਾਸੇ ਨੂੰ ਜਾਂਦਾ, ਉਹ ਪਾਸਾ ਥੱਲੇ ਚਲੇ ਜਾਂਦਾ ਕਿਉਂਕਿ ਉੱਧਰ ਭਾਰ ਹੋ ਜਾਂਦਾ ਹੈ। ਉਹ ਥੋੜ੍ਹਾ ਜਾਂਦਾ ਹੈ, ਦਾਣਿਆਂ ਤੱਕ ਨਹੀਂ ਪਹੁੰਚਦਾ ਕਿ ਉਸਨੂੰ ਲੱਗਦਾ ਮੈਂ ਡਿੱਗ ਪਵਾਂਗਾ ਥੱਲੇ, ਤੇ ਉਹ ਉੱਧਰੋਂ ਮੁੜਦਾ ਹੈ, ਵਿਚਾਲੇ ਆ ਜਾਂਦਾ। ਫਿਰ ਸੋਚਦਾ ਹੈ ਕਿਉਂ ਨਾ ਇਹ ਦੂਸਰੇ ਪਾਸੇ ਵੀ ਪਏ ਨੇ ਦਾਣੇ, ਇੱਧਰੋਂ ਜਾ ਕੇ ਦਾਣੇ ਚੁੱਕ ਲਵਾਂ। ਫਿਰ ਉਹ ਦੂਜੇ ਪਾਸੇ ਜਾਂਦਾ ਹੈ, ਉਹ ਫਿਰ ਥੱਲੇ ਚਲੇ ਜਾਂਦਾ ਹੈ, ਫਿਰ ਉੱਧਰੋਂ ਵਾਪਸ ਮੁੜਦਾ ਹੈ, ਫਿਰ ਦੂਜੇ ਪਾਸੇ ਨੂੰ ਉੱਦਾਂ ਚੱਲਦਾ ਹੈ। ਜਦੋਂ ਤੋਂ ਉਹ ਉਲਝ ਜਾਂਦਾ ਹੈ ਕਦੇ ਦੂਜੇ ਪਾਸੇ, ਕਿਉਂਕਿ ਭਰਮ 'ਚ ਪੈ ਜਾਂਦਾ ਹੈ। ਉਸ ਨੂੰ ਭੁੱਲ ਜਾਂਦਾ ਹੈ ਕਿ ਮੈਨੂੰ ਸ਼ਿਕਾਰੀ ਨਾ ਪਕੜ ਲਵੇ। ਇਹਨਾਂ ਦਾਣਿਆਂ ਵੱਸ ਪੈ ਜਾਂਦਾ ਹੈ, ਲੋਭ ਵੱਸ ਪੈ ਜਾਂਦਾ ਹੈ ਕਿ ਸ਼ਿਕਾਰੀ ਉਸ ਨੂੰ ਜਦ ਦੇਖਦਾ ਹੈ ਕਿ ਹੁਣ ਇਹ ਭੁੱਲ ਗਿਆ ਉੱਡਣਾ, ਇਸ ਦਾ ਧਿਆਨ ਦਾਣਿਆਂ ਵਿੱਚ ਹੀ ਹੈ, ਤੇ ਉਸ ਨੂੰ ਪਕੜ ਲੈਂਦੇ ਨੇ। ਇੱਦਾਂ ਉਦਾਹਰਨਾਂ ਦਿੱਤੀਆਂ ਨੇ। ਇੱਦਾਂ ਪਰਮੇਸ਼ਰ ਨੇ ਇਹ ਮਾਇਆ ਦੀ ਰਚਨਾ ਰਚੀ ਹੈ ਮਨ ਨੂੰ ਫਸਾਉਣ ਦੇ ਵਾਸਤੇ, ਬੰਧਨਾਂ ਦੇ ਵਿੱਚ ਪਾਉਣ ਵਾਸਤੇ। ਜਿਉ ਨਲਨੀ ਸੂਟਾ ਗਇਓ ਮਨ ਬੌਰਾ ਰੇ, ਮਾਇਆ ਇਹੋ ਵਿਵਹਾਰ। ਇੱਦਾਂ ਇਹ ਮਾਇਆ ਦਾ ਵਿਵਹਾਰ ਹੈ। ਜੈਸਾ ਰੰਗ ਕੁਸੁੰਭ ਕਾ ਮਨ ਬੌਰਾ ਰੇ, ਤਿਉ ਪਸਰਿਓ ਸੰਸਾਰ। ਇੱਦਾਂ ਹੀ ਫਿਰ ਦੱਸਿਆ ਵੀ ਇਹ ਸੰਸਾਰ ਦਾ ਪਸਾਰਾ ਹੈ, ਇਹ ਕੁਸੁੰਭ ਦੇ ਰੰਗ ਦੀ ਨਿਆਈ ਹੈ। ਕੁਸੁੰਭ ਦਾ ਰੰਗ ਹੁੰਦਾ ਹੈ, ਉਤਰ ਜਾਂਦਾ ਹੈ। ਅੱਗੇ ਕੁਸੁੰਭੀ ਹੁੰਦੀ ਸੀ ਖੇਤਾਂ ਦੇ ਵਿੱਚ, ਉਸ ਨੂੰ ਫੁੱਲ ਨਿਕਲਦੇ ਸੀ ਤੇ ਚਿੱਟੇ ਫੁੱਲਾਂ ਦੇ ਉੱਤੇ ਲਾਲ ਲਾਲ ਰੰਗ ਹੁੰਦਾ ਸੀ ਜਿਹੜਾ ਚੜ ਜਾਂਦਾ ਸੀ। ਇੱਦਾਂ ਹੀ ਸੰਸਾਰ ਦਾ ਰੰਗ ਹੈ, ਉਤਰਨ ਵਾਲਾ ਹੈ, ਮਜੀਠ ਦਾ ਰੰਗ ਨਹੀਂ ਹੈ। ਜਿਹੜਾ ਮਜੀਠ ਦਾ ਰੰਗ ਹੈ ਉਹ ਪੱਕਾ ਹੈ। ਜੈਸਾ ਰੰਗ ਕੁਸੁੰਭ ਕਾ ਮਨ ਬੌਰਾ ਰੇ, ਤਿਉ ਪਸਰਿਓ ਪਸਾਰ। ਇੱਦਾਂ ਇਹ ਪਸਾਰਾ ਹੈ ਸੰਸਾਰ ਦਾ। ਇੱਦਾਂ ਹੀ ਹੁਣ ਸਮਝਾਉਂਦੇ ਨੇ, ਨਾਵਨ ਕੋ ਤੀਰਥ ਘਣੇ ਮਨ ਬੌਰਾ ਰੇ। ਹੁਣ ਮਨ ਹੈ ਇੱਥੇ ਫਸ ਕੇ ਫਿਰ ਆਪਣੇ ਆਪ ਨੂੰ ਪ੍ਰਭੂ ਦਾ ਭਗਤ ਸਦਾਉਣਾ ਚਾਹੁੰਦਾ ਹੈ ਕਿ ਮੈਂ ਮੁਕਤ ਵੀ ਹੋ ਜਾਵਾਂ, ਮੈਂ ਧਰਮ ਦੇ ਕਰਮ ਵੀ ਕਰਾਂ। ਤੇ ਫਿਰ ਉਹ ਤੀਰਥਾਂ 'ਤੇ ਜਾਂਦਾ ਹੈ, ਨਹਾਉਣ ਨੂੰ, ਪੂਜਾ ਕਰਦਾ ਹੈ। ਕਿਹਦੀ ਕਰਦਾ ਹੈ? ਦੇਵੀ ਦੇਵਤੇ ਬਣਾ ਲੈਂਦਾ ਹੈ ਮਿੱਟੀ ਦੇ। ਇੱਦਾਂ ਪੂਜਾ ਕਰਨੀ ਸ਼ੁਰੂ ਕਰ ਦਿੰਦਾ ਹੈ। ਇਹਨੂੰ ਸਮਝਾਉਂਦੇ ਨੇ, ਨਾਵਨ ਕੋ ਤੀਰਥ ਘਣੇ ਮਨ ਬੌਰਾ ਰੇ, ਪੂਜਣ ਕੋ ਬਹੁ ਦੇਵ। ਪੂਜਾ ਵਾਸਤੇ ਦੇਵ ਨੇ, ਕਿਸੇ ਨੇ ਆਪਣੇ ਆਪਣੇ ਦੇਵਤੇ ਬਣਾਏ ਹੋਏ ਨੇ। ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ। ਤੇ ਬਾਬਾ ਕਬੀਰ ਜੀ ਕਹਿੰਦੇ ਪਰ ਉਹ ਛੁੱਟ ਨਹੀਂ ਸਕਦੇ। ਇਹ ਚੀਜ਼ਾਂ ਜਿਹੜੀਆਂ ਤੀਰਥਾਂ 'ਤੇ ਨਹਾਉਣ ਦੇ ਨਾਲ, ਦੇਵੀ ਦੇਵਤਿਆਂ ਨੂੰ ਪੂਜਣ ਦੇ ਨਾਲ ਮਨ ਨਹੀਂ ਛੁੱਟ ਸਕਦਾ, ਕਿਉਂਕਿ ਦੇਵੀ ਦੇਵਤੇ ਖੁਦ ਬੰਧਨਾਂ ਦੇ ਵਿੱਚ ਨੇ, ਮਾਇਆ ਦੇ ਬੰਧਨਾਂ ਵਿੱਚ।
छुट किवें सकदा है। कहो कबीर छूटन नहीं मन बौरा रे, छूटन हर की सेवा। छुटूगा तां ही जीव जे हरि दी सेवा करूगा। हुण फसन दा भी तरीका दस दिता कि फसदा किवें है मन, ते छुटण दा भी दस दिता कि जे असीं बाहरी तीर्थां ते नहाउंदे चले गए, देवी देवतिਆਂ ਨੂੰ पूजी गए, वो भी मिट्टी दे बना के माटी के कर देवा देवी, ते फिर असीं छुट नहीं सकते। छुटना तो सिर्फ एक ही तरीका है, हरि दी सेवा दे नाल। हरि दी सेवा कदों शुरू होंदी, वो है समझना पैंदा है गुर दे ज्ञान द्वारा कि किवें त्रै गुणा तो निर्लेप हो के किवें हरि दे विच असीं रचना है जो रहो पंक्तियां दे विच दस्सिया है, वो गुर दा जहाज लैके राम जहाज द्वारा भवसागर नूं पार करना हुंदा है। ते समझ के किवें त्रै गुणा नूं छड्डना है, किवें चौथे पद विच जाना है। सो आओ अगला शब्द है गौड़ी बाबा कबीर जी दी। रहो पंक्तियां ने हमरा धन माधो गोबिंद धरनी तर, यह है सार तन कहिए। ते बाबा कबीर समझाउंदे ने भी साडा किहड़ा तन है। एक माया दा तन, संसार दा तन है, एक भगतां दा तन हुंदा है। वो तन है उस परमेश्वर दा नाम, वो तन है वो परमेश्वर जी ने सृष्टि नूं साजिया है। गोबिंद हमरा धन माधो गोबिंद धरनी तर, यह सार तन कहिए। यही असली सच्चा तन है जिहड़ा साडे नाल निभदा है, जिहड़ा सच्चा तन है, नहीं तो झूठा तन है, कच्चा तन है। जो सुख प्रभ गोबिंद की सेवा, सो सुख राज न लहिए। ते दसदे ने कि जिहड़ा सुख सानू प्रभु दी हरि दी गोबिंद दी सेवा दे विच मिलदा है, वो सुख तां राज भाग दे विच भी नहीं प्राप्त हुंदा। जिन्हां नूं इस सुख दा आनंद आ गया, इस धन दा भेत आ गया, क्योंकि दूजे पासे जिन्हां नूं ये ज्ञान ही नहीं, वो संसारी धन दौलत नूं ही असली सुख समझदे ने। ते जदों खुस जांदा है राज भाग नूं, संसारक राज भाग नूं सुख समझदे ने, ते नाल डरदे भी रहिंदे ने भी किते साते खुस ना जावे। देख रहे आपां अज लोकतंत्र है, वोटां दा राज है, ते जदों लोग चाहुंदे ने किसे नूं उतार देंदे ने, दूजे नूं बैठा देंदे ने। साडे सामने है ते वो 5 साल फिर तरसदे रहिंदे ने, कोशिशां करदे रहिंदे ने, हथ कंडे अपनाउंदे रहिंदे ने कि किसे ना किसे तरीके अगे असीं फिर उस राज भाग नूं हासिल करिए। लेकिन इधर जिहड़ा राज है ये अविनाशी राज है, जिहड़ा सानू एक बारी मिल गया सदी है, अविनाशी राज है। आओ शुरू करते हाँ शब्द जो तन की गल करते हैं उस बारे समझाते हैं अगे। फिर अगन ना दा है पवन नहीं मगन, ना तो अग साड़ सकती है इस तन नूं, ना पौण इस तन नूं उड़ा सकती है। तस्कर नेर ना आवे, ते ना इस नूं चोर लुट चोरी कर सकते हैं, नेड़े आ सकते हैं इस तन दे। राम नाम तन कर संचाउनी, सो तन कत ही ना जावे। इस करके कहते राम नाम का जिहड़ा तन है इसे नूं अपना संपत्ति बना ला, इसे नूं प्राप्त कर, इसे नूं संच। ये ऐसा तन है सो तन कत ही ना जावे, जिहड़ा तुहाडे कोलों कोई खो नहीं सकता, चुरा नहीं सकता, जिसनूं पौण उड़ा नहीं सकती, जिसनूं अगन साड़ नहीं सकती, पानी डुबो नहीं सकता, तस्कर चोर लुट नहीं सकते। ये सच्चा तन है। इस तन नूं तू अपनी असली संपत्ति बना ला, इस नूं सच, इस नूं प्राप्त कर।
ਇਸ ਧਨ ਕਾਰਨ ਸ਼ਿਵ ਸਨਕਾਦਿਕ ਖੋਜਤ ਪਏ ਉਦਾਸੀ। ਇਹ ਧਨ ਜਿਹੜਾ ਸੀ ਇਸ ਦੇ ਵਾਸਤੇ ਸਨਕਾਦਿਕ ਆਦਿ ਵੀ ਖੋਜਦੇ ਰਹੇ, ਉਦਾਸੀ ਲਈ ਉਹਨਾਂ ਵੀ। ਕਿਉਂਕਿ ਉਦਾਸੀ ਕਿੱਥੋਂ ਲੈਣੀ ਹੁੰਦੀ ਆਪਾਂ ਨੇ, ਉਦਾਸੀ ਦੇ ਵਿੱਚ ਫਰਕ ਹੈ। ਇੱਕ ਉਦਾਸੀ ਸਰੀਰ ਦੀ ਹੁੰਦੀ ਹੈ, ਇੱਕ ਮਨ ਦੀ ਉਦਾਸੀ ਹੈ। ਪਿਛਲੇ ਸਮੇਂ 'ਚ ਕੀ ਹੁੰਦਾ ਸੀ ਕਿ ਘਰ-ਬਾਰ ਛੱਡ ਕੇ ਜੰਗਲਾਂ ਨੂੰ ਚਲੇ ਜਾਂਦੇ ਸੀ, ਲੇਕਿਨ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਦੱਸਿਆ ਹੈ ਕਿ ਅਸੀਂ ਘਰ ਨਹੀਂ ਛੱਡਣਾ, ਅਸੀਂ ਇਸ ਮਾਇਆ ਦੇ ਸਰੀਰ ਨੂੰ ਛੱਡਣਾ ਹੈ। ਇਹ ਤੋਂ ਉਦਾਸੀ ਲੈਣੀ ਹੈ, 9 ਦਰਾਂ ਤੋਂ ਉਦਾਸੀ ਲੈ ਕੇ 10ਵੇਂ 'ਚ ਜਾਣਾ ਹੈ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੇ ਕੋ ਸਮਝੋ, ਮਨ ਹੀ ਮਹਿ ਉਦਾਸਾ। ਵੀ ਇਸ ਸੰਸਾਰ ਨੂੰ ਅਸੀਂ ਜੰਗਲ ਸਮਝ ਲੈਣਾ ਤੇ ਇੱਥੇ ਮਨ ਨੇ ਉਦਾਸੀ ਲੈਣੀ ਹੈ। ਲੇਕਿਨ ਇਸ ਦੇ ਵਾਸਤੇ ਉਦਾਸੀ ਲਈ ਸਨਕਾਦਿਕ ਆਦਿ ਪਹਿਲਾਂ ਜਿਹੜੇ ਹੋਏ ਨੇ ਉਹਨਾਂ ਸ਼ਿਵ ਸਨਕਾਦਿਕ, ਉਹ ਉਦਾਸੀ ਲਈ ਖੋਜਤ ਪਏ ਉਦਾਸੀ। ਮਨ ਮੁਕੰਦ ਜੇਬਾ ਨਾਰਾਇਣ ਪਰੇ ਨਾ ਜਮ ਕੀ ਫਾਸੀ। ਪਰ ਜੇਕਰ ਮਨ ਦੇ ਵਿੱਚ ਪਰਮੇਸ਼ਰ ਵਸ ਜਾਵੇ ਤੇ ਫਿਰ ਰਸਨਾ ਤੋਂ ਪਰਮੇਸ਼ਰ ਬੋਲੇ, ਫਿਰ ਉਹ ਗਿਆਨ ਜਦੋਂ ਲੈ ਲੈਂਦੇ ਹਾਂ ਫਿਰ ਜਾਮਾਂ ਦੀ ਫਾਈ ਨਹੀਂ ਪੈਂਦੀ। ਕਿਉਂਕਿ ਜਿਹਦੇ ਮਨ 'ਚ ਵਸਿਆ ਉਹਦੀ ਰਸਨਾ ਤੋਂ ਬੋਲਦਾ ਵੀ ਹੈ। ਤੇ ਜਿਹੜੇ ਸੁਣ ਕੇ ਮੰਨ ਕੇ ਚੱਲਦੇ ਨੇ, ਜਾਮਾਂ ਦੀ ਫਾਸੀ ਉਹਨਾਂ ਦੇ ਗਲ ਵਿੱਚ ਨਹੀਂ ਪੈ ਸਕਦੀ, ਕਿਉਂਕਿ ਉਹਨਾਂ ਦੇ ਕੋਲ ਸੱਚਾ ਧਨ ਹੈ। ਇਸ ਕਰਕੇ ਉਹਨਾਂ ਦਾ ਰਸਤਾ ਹੀ ਕਿਹੜਾ ਹੈ? ਲਿਵ ਦਾ ਰਸਤਾ, ਗੋਬਿੰਦ ਮਾਰਗ। ਤੇ ਦੂਜਿਆਂ ਦਾ ਰਸਤਾ ਕਿਹੜਾ ਹੈ? ਧਾਤ ਦਾ ਰਸਤਾ, ਜਮ ਮਾਰਗ, ਜਿਹਨਾਂ ਕੋਲ ਸੱਚਾ ਧਨ ਨਹੀਂ ਹੈ। ਨਿਜ ਧਨ ਗਿਆਨ ਭਗਤ ਗੁਰ ਦੀਨੀ। ਹੁਣ ਸਾਨੂੰ ਜਿਹੜਾ ਅਸਲੀ ਸੱਚਾ ਧਨ ਹੈ ਉਹਦਾ ਗਿਆਨ ਦਿੱਤਾ, ਗੁਰ ਦਿੱਤਾ। ਤਾਸ ਸੁਮਤ ਮਨ ਲਾਗਾ, ਕਹਿੰਦੇ ਉਸ ਸੁਮਤ ਲੈ ਕੇ ਫਿਰ ਮਨ ਉਸ ਦੇ ਨਾਲ ਜੁੜਿਆ ਜਿਹੜਾ ਸਾਡਾ ਧਨ ਹੈ, ਨਿਜ ਧਨ ਹੈ। ਜਿਹੜਾ ਇੱਕ ਆ ਬੇਗਾਨਾ ਹੈ, ਜਿਹੜਾ ਸੰਸਾਰਿਕ ਧਨ ਹੈ, ਇਹ ਮਨ ਦਾ ਨਹੀਂ ਹੈ, ਇਹ ਬੇਗਾਨਾ ਹੈ, ਇੱਥੇ ਰਹਿ ਜਾਂਦਾ ਹੈ। ਤੇ ਜਿਹੜਾ ਸਾਡਾ ਧਨ ਹੈ, ਨਿਜ ਧਨ, ਉਹ ਹੈ ਗੁਰ ਦੇ ਗਿਆਨ ਦੁਆਰਾ। ਨਿਜ ਧਨ ਗਿਆਨ ਭਗਤ ਗੁਰ ਦੀਨੀ। ਗੁਰ ਦਾ ਗਿਆਨ ਦਿੱਤਾ ਜਿਹਦੇ ਦੁਆਰਾ ਭਗਤੀ ਸ਼ੁਰੂ ਹੋਈ, ਜਿਹੜਾ ਨਿਜ ਧਨ ਪ੍ਰਾਪਤ ਹੋਇਆ, ਜਿਹਦੇ ਦੁਆਰਾ ਉਸ ਸੁਮਤ ਨੂੰ ਲਾ ਕੇ ਇਹ ਧਨ ਪ੍ਰਾਪਤ ਹੁੰਦਾ ਹੈ। ਤਾਸ ਸੁਮਤ ਮਨ ਲਾਗਾ, ਵੀ ਉਹ ਮੱਤ ਲੈ ਕੇ ਗੁਰ ਦੀ ਭਗਤਾਂ ਤੋਂ ਉੱਥੇ ਫਿਰ ਮਨ ਲੱਗਿਆ। ਜਲਤ ਅੰਬ ਥੰਬ ਮਨ ਤਾਵਤ, ਭਰਮ ਬੰਧਨ ਪਉ ਭਾਗਾ। ਤੇ ਕਹਿੰਦੇ ਕਿਵੇਂ ਅਸਰ ਕੀਤਾ ਉਸ ਗੁਰ ਨੇ? ਜਿਵੇਂ ਸੜਦੇ ਦੇ ਉੱਤੇ ਪਾਣੀ ਪਾ ਦਈਏ, ਅੱਗ ਜਲਦੀ ਹੋਵੇ, ਆਪਾਂ ਪਾਣੀ ਪਾ ਦਈਏ, ਅੱਗ ਦਾ ਮਾਰਨ ਕੀ ਹੈ? ਪਾਣੀ। ਪਾਣੀ ਪਾ ਦਿਓ, ਅੱਗ ਬੁਝ ਜਾਂਦੀ ਹੈ। ਇੱਦਾਂ ਹੀ ਜੇ ਮਨ ਧਾਵਦਾ ਦਸਾਂ ਦਿਸ਼ਾਵਾਂ ਨੂੰ, ਉਹਦੇ ਵਾਸਤੇ ਥੰਮ ਹੈ, ਕਿਸੇ ਚੀਜ਼ ਨੂੰ ਭੱਜਦੇ ਨੂੰ ਰੋਕਣ ਵਾਸਤੇ ਬੰਨ੍ਹ ਦੇਣਾ, ਜੋੜ ਦੇਣਾ। ਇੱਦਾਂ ਗੁਰ ਸਾਡਾ ਕਹਿੰਦੇ ਇੱਦਾਂ ਕੰਮ ਕੀਤਾ ਵੀ ਜਲਤ ਅੰਬ, ਜਲਦੇ ਨੂੰ ਪਾਣੀ ਬਣ ਗਿਆ, ਪਾਣੀ ਬਣ ਕੇ ਬੁਝਾ ਦਿੱਤਾ ਅੱਗ ਨੂੰ। ਥੰਬ ਮਨ ਧਾਵਤ, ਤੇ ਜਿਹੜਾ ਮਨ ਧਾਵਦਾ ਸੀ ਉਹਦੇ ਵਾਸਤੇ ਥੰਮ ਦਾ ਕੰਮ ਕੀਤਾ। ਜੋ ਮੰਦਰ ਕੋ ਥਾਮੈ ਥਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥਮਨ। ਕਹਿੰਦੇ ਇੱਦਾਂ ਉਸ ਗੁਰ ਦੇ ਗਿਆਨ ਨੇ, ਨਿਜ ਧਨ ਨੇ ਸਾਡੇ ਮਨ ਵਾਸਤੇ ਜਿਹੜਾ ਮਨ ਧਾਵਦਾ ਸੀ ਉਸ ਦੇ ਵਾਸਤੇ ਥੰਮੀ ਕਰਕੇ ਉਸਨੂੰ ਰੋਕ ਲਿਆ ਧਾਵ ਨੂੰ। ਤੇ ਜਿਹੜਾ ਮਨ ਮਾਇਆ ਦੀ ਅਗਨ ਸੜਦਾ ਸੀ ਉਸ ਦੇ ਵਾਸਤੇ ਪਾਣੀ ਭਰ ਕੇ ਉਸ ਅਗਨ ਨੂੰ ਬੁਝਾ ਦਿੱਤਾ। ਭਰਮ ਬੰਧਨ ਪਉ ਭਾਗਾ, ਤੇ ਭਰਮ ਤੇ ਜਿਹੜੇ ਬੰਧਨ ਸੀ, ਡਰ ਸੀ, ਉਹ ਖਤਮ ਹੋ ਗਿਆ। ਕਹੈ ਕਬੀਰ ਮਦਨ ਕੇ ਮਾਤੇ, ਕਹੈ ਕਬੀਰ ਮਦਨ ਕੇ ਮਾਤੇ, ਹਿਰਦਾ ਦੇਖ ਵਿਚਾਰੀ। ਹੁਣ ਸਮਝਾਉਂਦੇ ਨੇ ਕਿ ਇਹ ਮਾਇਆ ਦੇ ਨਸ਼ੇ ਦੇ ਵਿੱਚ ਮਸਤ ਜੀਵ, ਤੂੰ ਹਿਰਦੇ 'ਚ ਵਿਚਾਰ ਕੇ ਦੇਖ। ਤੁਮ ਕਰ ਲਾਖ ਕਰੋ ਕੋਟ ਹਸਤ ਅਸਵ ਹਸਤੀ।
ਦੱਸਦੇ ਨੇ ਕਿਸੇ ਅਮੀਰ ਆਦਮੀ ਦੇ ਨਾਲ ਗੱਲ ਹੋ ਰਹੀ ਹੈ ਬਾਬਾ ਕਬੀਰ ਜੀ ਦੀ, ਕਿ ਤੇਰੇ ਘਰ ਤਾਂ ਬਹੁਤ ਸਾਰੇ ਹਾਥੀ ਨੇ, पैसा है, तू अमीर बंदा है, तुम कर लाख कोट असब हस्ती। असवारियां ने, हाथी ने। ਸਮਝਾਉਂਦੇ ਨੇ ਕਿ ਤੇਰੇ ਘਰ ਦੇ ਵਿੱਚ ਤਾਂ ਮਾਇਆ ਹੈ, ਸਵਾਰੀਆਂ ਨੇ, ਹਾਥੀ ਨੇ, ਲੱਖਾਂ ਕਰੋੜਾਂ ਪੈਸੇ ਰੁਪਈਆ ਹੈ, ਪਰ ਸਾਡੇ ਘਰ ਵਿੱਚ ਕੇਵਲ ਮੁਰਾਰੀ, ਕੇਵਲ ਪਰਮੇਸ਼ਰ ਵਸਿਆ ਹੈ। ਅਸੀਂ ਤਾਂ ਪਰਮੇਸ਼ਰ ਦੀ ਸੇਵਾ ਕਰਦੇ ਹਾਂ। ਜਿਹੜਾ ਸੁੱਖ ਉਹ ਪ੍ਰਭੂ ਦੀ ਸੇਵਾ ਦੇ ਵਿੱਚ ਮਿਲਦਾ ਹੈ ਉਹ ਨਾ ਰਾਜ ਭਾਗ ਵਿੱਚ ਮਿਲਦਾ, ਨਾ ਸੰਸਾਰੀ ਧਨ ਦੁਆਰਾ ਮਿਲਦਾ ਹੈ। ਇਸ ਕਰਕੇ ਸਾਡਾ ਧਨ ਤਾਂ ਕੀ ਹੈ? प्रभु का नाम। हमरा तन माधो गोविंद तरनी तर, यह सारा तन भी यह असली सच्चा तन है। दूजे पासे तन छड़ देना है। इस करके महाराज समझाते ने आपां नूं कि आपां वो सच्चा तन कमाउणा है जिहड़ा साडे नाल जाना है। प्यारो लाइट चले गई, इस करके जो अपना आवाज़ बढ़ाने वाला सिस्टम है वो बंद हो गया। इस करके थोड़ी आवाज़ घटी है। कोशिश करते हाँ आप थोड़ा होर नेड़े हो के बोलण दा, क्योंकि पहला आवाज़ ज़्यादा आउंदी हुंदी है। अपना को सिस्टम लाया जिहड़ा आवाज़ बढ़ाउंदा है, हुण लाइट चले गई इस करके आवाज़ घटी है। और अगला शब्द है, विचारते हाँ आप, रहो भगतियां ने, भगत बिन बिरथे जन्म गयो। कि प्रभु की भगती तो बिना जिहड़ा साडा जीवन है ये जन्म बिरथा चले जाता है। साध संगत भगवान भजन बिन कही ना सच रहो। भी साधु जना की संगत ते परमेश्वर का भजन, क्योंकि आप जानते हाँ संगत च भी जानते हाँ, आप ये भी समझ लेंदे भी साधु की संगत है, पर परमेश्वर नूं किवें जानना है ये सानू ज्ञान नहीं देंदा कोई। क्योंकि उत्थे तक ही असीं भी हाँ असीं साध संगत च जाए, पर उत्थे ज्ञान नहीं लिया, उत्थे सानू संसारी गल्लां ही सुना दित्तियां ते उहदे नाल साडा भला नहीं हो सकदा। इस करके संगत दे विच जाके मिल साध अवर काज तेरे किते न काम, मिल साध संगत भज केवल नाम। केवल नाम नूं भजना है। जब तक उत्थे आपां भगवान परमेश्वर दे भजन दा सानू ज्ञान नहीं मिलदा ते सच का ज्ञान नहीं होंदा। साध संगत भगवान भजन बिन कहीं ना सच रहो। होर था सच ही नहीं है, झूठ है, कूड़ है। सच्ची संगत केड़ी है? सत्संगत ऐसी जानी है जिथे इको नाम बखानिया, इको नाम हुक्म है, नानक सतगुर दिया बुझाई दियो। और शुरू करते हाँ। ज्यों कप के कर मुष्ट चनन की, लुबध ना त्याग देओ। समझाते ने भी जिस तरह आप पहले ही विचारिया है कि हाथी छोले कुजी चों हथ पा लेंदा है, मुट्ठी भर लेंदा है, तो कुजी का मूँह है कि मुट्ठी भरी बाहरों नहीं आ सकती, जे मुट्ठी खोल दे हथ बाहर आ सकता है। ऐदा दस्या है फिर कि वो हथ बंदर ने मुट्ठी भर लई
ਪਰ ਹੁਣ ਤਿਆਗਦਾ ਨਹੀਂ, ਛੱਡਦਾ ਨਹੀਂ। ਲੁਬਧ ਨਾ ਤਿਆਗ, ਕਿਉਂਕਿ ਲੋਭ ਹੈ ਅੰਦਰ, ਇਸ ਕਰਕੇ ਉਹ ਤਿਆਗ ਨਹੀਂ ਰਿਹਾ। ਜੋ ਜੋ ਕਰਮ ਕੀਏ ਲਾਲਚ ਸਿਓ, ਤੇ ਫਿਰ ਗ੍ਰਹਿ ਭਰਿਓ। ਇੱਦਾਂ ਹੀ ਜਿਵੇਂ ਲਾਲਚ ਬਸ ਬਾਂਦਰ ਹੋਇਆ ਹੈ, ਮੁੱਠੀ ਨਹੀਂ ਛੱਡਦਾ, ਛੁੱਟਦਾ ਨਹੀਂ, ਤੇ ਇੱਦਾਂ ਹੀ ਅਸੀਂ ਜੀਵ ਵੀ ਜੋ ਕਰਮ ਅਸੀਂ ਲਾਲਚ ਦੇ ਵਿੱਚ ਆ ਕੇ ਕਰਦੇ ਹਾਂ, ਜੋ ਜੋ ਕਰਮ ਕੀਏ ਲਾਲਚ ਸਿਓ, ਤੇ ਫਿਰ ਗ੍ਰਹਿ ਭਰਿਓ। ਐਵੇਂ ਅਸੀਂ ਵੀ ਉਸ ਮਾਇਆ ਦੇ ਬੰਧਨ ਵਿੱਚ ਫਸ ਜਾਂਦੇ ਹਾਂ, ਜਿਵੇਂ ਬਾਂਦਰ ਛੋਲਿਆਂ ਦੇ ਲਾਲਚ ਨੂੰ ਮੁੱਠੀ ਭਰ ਲਈ ਫਸਿਆ ਹੋਇਆ ਹੈ, ਤਿਆਗਦਾ ਨਹੀਂ। ਇੱਦਾਂ ਜਿਹੜੇ ਜੀਵ ਲਾਲਚ ਦੇ ਵਿੱਚ ਨੇ, ਜਦ ਤੱਕ ਲੋਭ ਲਾਲਚ ਨਹੀਂ ਤਿਆਗਦੇ, ਛੁੱਟ ਨਹੀਂ ਸਕਦੇ। ਭਗਤੀ ਵੱਲ ਤੁਰਦਾ ਹੀ ਨਹੀਂ ਜੀਵ। ਹੋਰ ਉਦਾਹਰਨਾਂ ਦਿੰਦੇ ਨੇ, ਜਿਉ ਉਦਿਆਨ ਕੁਸਮ ਪ੍ਰਫੁੱਲਤ, ਕਿਨੇ ਨਾ ਘਰੋ ਲਿਓ। ਵੀ ਜਿਵੇਂ ਜੰਗਲ ਦੇ ਵਿੱਚ ਬਹੁਤ ਸਾਰੀਆਂ ਬੂਟੀਆਂ ਹੁੰਦੀਆਂ ਨੇ, ਜੜੀਆਂ ਬੂਟੀਆਂ ਹੁੰਦੀਆਂ ਨੇ, ਪਰ ਜੇ ਕੋਈ ਉੱਥੇ ਜਾਵੇਗਾ ਹੀ ਨਹੀਂ ਤੇ ਉਸ ਨੂੰ ਮਾਣ ਨਹੀਂ ਸਕਦਾ। ਇੱਦਾਂ ਹੀ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਹੈ। ਜੇ ਆਪਾਂ ਹੁਣ ਇਸ ਦੁਆਰਾ ਭਗਤੀ ਨਾ ਕੀਤੀ ਤੇ ਇਹ ਸਾਡਾ ਜਨਮ ਵੀ ਵਿਅਰਥ ਚਲੇ ਜਾਂਦਾ ਹੈ, ਕਿਉਂਕਿ ਕਿਸੇ ਚੀਜ਼ ਹੈ, ਹਰ ਇੱਕ ਚੀਜ਼ ਜੋ ਪੈਦਾ ਹੋਈ ਹੈ ਉਸਨੇ ਨਾਸ ਹੋਣਾ ਹੈ। ਕੋਈ ਕਿਸੇ ਦੇ ਕੰਮ ਆ ਜਾਂਦੀ ਹੈ, ਕੋਈ ਵਿਅਰਥ ਚਲੇ ਜਾਂਦੀ ਹੈ। ਕਿਸੇ ਦੀ ਕੀਮਤ ਪੈਂਦੀ ਸੰਸਾਰ ਦੇ ਵਿੱਚ, ਕਿਸੇ ਦੀ ਕੀਮਤ ਨਹੀਂ ਪੈਂਦੀ। ਜਿਸ ਦੀ ਕੀਮਤ ਪੈਂਦੀ ਹੈ ਉਹ ਲੇਖੇ ਲੱਗਦਾ ਹੈ, ਦੂਜਾ ਵਿਅਰਥ ਚਲੇ ਜਾਂਦਾ ਹੈ। ਜਿਵੇਂ ਆਪਾਂ ਨੂੰ ਸਮਝਾਇਆ ਹੈ ਬਾਬਾ ਕਬੀਰ ਜੀ ਨੇ, ਆਏ ਮੌਸਮ ਦੇ ਬਾਰੇ ਹੀ ਦੱਸਿਆ ਹੈ ਕਿ ਫਲ ਲੱਗਦਾ ਹੈ ਅੰਬਾਂ ਨੂੰ, ਤੇ ਅੰਬ ਫਲ ਲੱਗਦਾ ਹੈ, ਅੰਬ ਪੱਕਦੇ ਨੇ, ਕੁਛ ਅੰਬ ਨੂੰ ਹਨੇਰੀ ਝਾੜ ਦਿੰਦੀ ਹੈ, ਕੁਛ ਅੰਬਾਂ ਨੂੰ ਕੌਂ ਖਾ ਜਾਂਦੇ ਨੇ, ਠੁੰਗ ਜਾਂਦੇ ਨੇ। ਜੇ ਆਪਾਂ ਕਹੀਏ ਵੀ ਜਿਨ੍ਹਾਂ ਤੇ ਚੁੰਝਾਂ ਮਾਰੀਆਂ ਅੰਬਾਂ ਤੇ ਆਪਾਂ ਲਿਜਾ ਕੇ ਵੇਚ ਦਾਂਗੇ, ਉਹਨਾਂ ਨੂੰ ਕੋਈ ਖਰੀਦੇਗਾ, ਉਹਨਾਂ ਦੀ ਕੀਮਤ ਦੇਗਾ ਨਹੀਂ। ਜਿਹੜੇ ਅੰਬ ਹਨੇਰੀ ਤੋਂ ਬਚ ਜਾਂਦੇ ਨੇ, ਝੜਦੇ ਨਹੀਂ, ਅੰਬ ਨਾਲ ਜੁੜੇ ਰਹਿੰਦੇ ਨੇ, ਬੂਟੇ ਨਾਲ, ਦਰਖਤ ਦੇ ਨਾਲ, ਤੇ ਪੱਕਦੇ ਨੇ, ਉਹ ਫਿਰ ਜਾ ਕੇ ਉਹਨਾਂ ਦੀ ਕੀਮਤ ਪੈਂਦੀ ਹੈ। ਕਬੀਰ ਫਲ ਲਾਗੈ ਫਲਨ, ਪਾਕਣ ਲਾਗੇ ਆਮ, ਜਾਏ ਪਹੁੰਚੇ ਖਸਮ ਕੋ, ਬੀਚ ਨ ਖਾਏ ਕਾਮ। ਵੀ ਉਹੀ ਖਸਮ ਕੋਲ ਪਹੁੰਚਦੇ ਨੇ ਜਿਨ੍ਹਾਂ ਨੂੰ ਕਾਂ ਨਹੀਂ ਖਾਂਦੇ। ਇੱਦਾਂ ਹੀ ਆਪਣਾ ਜੀਵਨ ਹੈ। ਜੇ ਆਪਣਾ ਜੀਵਨ, ਮਨੁੱਖਾ ਜੀਵਨ ਦੇ ਵਿੱਚ ਆਪਾਂ ਨਾ ਭਗਤੀ ਨਾ ਕੀਤੀ ਤੇ ਸਾਡਾ ਜੀਵਨ ਵੀ ਵਿਅਰਥ ਹੈ। ਜੇ ਅਸੀਂ ਇਹ ਜਿਹੜੇ ਕਾਂ ਰੂਪੀ ਸਾਡੇ ਜੀਵਨ ਨੂੰ ਖਾਂਦੇ ਰਹੇ, ਠੁੰਗਾ ਮਾਰਦੇ ਰਹੇ, ਸਾਡਾ ਜੀਵਨ ਵਿਅਰਥ ਚਲੇ ਜਾਂਦਾ ਹੈ। ਕਿਉਂਕਿ ਕੋਈ ਵੀ ਚੀਜ਼ ਹੈ ਜੋ ਉਸ ਵਰਤੋਂ ਵਿੱਚ ਨਹੀਂ ਆਉਂਦੀ, ਹੋਵੇ ਚਾਹੇ ਕਿੰਨੀ ਹੋ। ਜਿਵੇਂ ਕੰਜੂਸ ਹੈ, ਉਹਦੇ ਕੋਲ ਧਨ ਬਹੁਤ ਹੋਵੇ, ਜੇ ਖਰਚਦਾ ਨਹੀਂ ਤਾਂ ਵਿਅਰਥ ਚਲੇ ਜਾਂਦਾ ਹੈ। ਇੱਦਾਂ ਹੀ ਜਿਨ੍ਹਾਂ ਦੇ ਕੋਲ ਗੁਰ ਦਾ ਗਿਆਨ ਹੈ, ਜੋ ਵੰਡਦੇ ਨਹੀਂ, ਉਹ ਗਿਆਨ ਵੀ ਵਿਅਰਥ ਚਲੇ ਜਾਂਦਾ ਹੈ। ਇਸ ਕਰਕੇ ਪ੍ਰਭੂ ਦੀ ਭਗਤੀ ਕਰਨੀ, ਜਾਂ ਜੋ ਜੀਵ ਭਟਕ ਰਹੇ ਨੇ ਜੰਗਲ ਦੇ ਵਿੱਚ, ਜੇ ਉਹਨਾਂ ਨੂੰ ਕੋਈ ਰਸਤਾ ਨਹੀਂ ਦੱਸਦਾ, ਉਹ ਵੀ ਵਿਅਰਥ ਹੈ। ਤੈਸੇ ਪਰਮਤ ਅਨੇਕ ਜੋਨ ਮੈਂ, ਫਿਰ ਕਾਲ ਹੈ। ਇੱਦਾਂ ਹੀ ਦੱਸਦੇ ਨੇ ਕਿ ਜੀਵ ਜਿਹੜਾ ਹੈ ਭਰਮ ਦਾ ਭਰਦਾ ਅਨੇਕਾਂ ਜਨਮਾਂ ਦੇ ਵਿੱਚ, ਫਿਰ ਕਾਲ ਦੇ ਵਸ ਪੈ ਜਾਂਦਾ ਹੈ। ਕਿਉਂਕਿ ਮਨੁੱਖਾ ਜਨਮ 'ਚ ਆਇਆ, ਪਰ ਆਪਣੇ ਮਾਰਗ ਨੂੰ, ਆਪਣੇ ਮਕਸਦ ਨੂੰ ਪੂਰਾ ਨਹੀਂ ਕੀਤਾ, ਆਪਣੇ ਜੀਵਨ ਦਾ ਲਾਹਾ ਨਹੀਂ ਕੱਢਿਆ। ਇਹ ਤਨ ਜੋਬਨ ਅਰ ਸੁਤਦਾਰਾ, ਪੇਖਣ ਕੋ ਜੋ ਦਇਓ।
ਉਹ ਪਰਮੇਸ਼ਰ ਨੇ ਸਾਨੂੰ ਕੀ ਦੇ ਦਿੱਤਾ ਹੈ? ਧਨ ਦੇ ਦਿੱਤਾ ਹੈ। ਇਹ ਸਰੀਰ ਦਿੱਤਾ, ਧਨ ਦਿੱਤਾ, ਜੋਬਨ ਦੇ ਦਿੱਤਾ ਹੈ, ਫਿਰ ਪੁੱਤਰ ਦੇ ਦਿੱਤੇ, ਪਤਨੀ ਦੇ ਦਿੱਤੀ, ਸਭ ਕੁਛ ਵੇਖਣ ਨੂੰ ਦਿੱਤਾ ਹੋਇਆ। ਤੇ ਇਹਨਾਂ ਦੇਖ ਕੇ ਇਹਨਾਂ ਦੇ ਵਿੱਚ ਹੀ ਜੀਵ ਮਗਨ ਰਹਿੰਦਾ ਹੈ। ਤਿੰਨ ਹੀ ਮਾਹੇ ਅਟਕ ਜੋ ਉਰਜੇ, ਇੰਦਰੀ ਪ੍ਰੇਰ ਲਿਓ। ਕਹਿੰਦੇ ਇਹਨਾਂ ਦੇ ਵਿੱਚ ਹੀ ਜੀਵ ਫਸ ਜਾਂਦਾ ਹੈ, ਉਲਝ ਜਾਂਦਾ ਹੈ। ਪਹਿਲਾਂ ਬਚਪਨ ਤੋਂ ਬਾਅਦ, ਪਹਿਲਾਂ ਬਚਪਨ 'ਚ ਮਾਂ ਦੇ ਦੁੱਧ ਨਾਲ ਪਿਆਰ ਪਾ ਲੈਂਦਾ ਹੈ, ਫਿਰ ਇਸ ਨੂੰ ਪਰਿਵਾਰ ਦੇ ਨਾਲ, ਮਾਤਾ ਪਿਤਾ ਨਾਲ ਪਿਆਰ ਪੈ ਜਾਂਦਾ ਹੈ, ਭਾਈ ਭਰਾਵਾਂ ਦੇ ਨਾਲ ਪਿਆਰ ਪੈ ਜਾਂਦਾ ਹੈ। ਤੇ ਏਦਾਂ ਫਿਰ ਏਦਾਂ ਜੀਵ ਜਿਹੜਾ ਹੈ ਫਸ ਜਾਂਦਾ ਹੈ, ਮਾਇਆ ਦੇ ਵਿੱਚ ਉਲਝ ਕੇ ਰਹਿ ਜਾਂਦਾ ਹੈ, ਉਹਨਾਂ ਵਿੱਚ ਹੀ ਅਟਕ ਜਾਂਦਾ ਹੈ। ਜਿਸ ਕਾਰਜ ਵਾਸਤੇ ਆਇਆ ਉਹ ਕਾਰਜ ਭਗਤੀ ਕਰਨੀ ਸੀ, ਭਗਤੀ ਨਹੀਂ ਕਰਦਾ ਤੇ ਜੀਵਨ ਵਿਅਰਥ ਚਲੇ ਜਾਂਦਾ। ਜਿਵੇਂ ਪਰ ਉਹ ਪੰਕਤੀਆਂ ਦੇ ਵਿੱਚ ਹੀ ਵਿਚਾਰ ਕੇ ਆਏ ਹਾਂ। ਸਾਧ ਸੰਗਤ ਭਗਵੰਤ ਭਜਨ ਬਿਨ ਕਹੀ ਨਾ ਸੱਚ ਰਹੋ, ਭਗਤ ਬਿਨ ਬਿਰਥੇ ਜਨਮ ਗਇਓ। ਔਦ ਅਨਲ ਤਨ ਤਿਨ ਕੋ ਮੰਦਰ, ਚੌਹ ਦਿਸ ਠਾਠ ਠਹਿਓ। ਹੁਣ ਸਮਝਾਉਂਦੇ ਨੇ ਕਿ ਇਹ ਜੀਵਨ ਹੈ ਜਿਹੜਾ ਕਿੱਦਾਂ ਦਾ ਹੈ। ਜਿਵੇਂ ਇੱਕ ਘਰ ਬਣਿਆ ਹੋਵੇ ਲੱਕੜ ਦਾ, ਤੇ ਉਸ ਦੇ ਆਲੇ ਦੁਆਲੇ ਅੱਗ ਲੱਗੀ ਹੋਵੇ ਤੇ ਉਹਨੇ ਪਹੁੰਚਦੀ ਇੱਕ ਦਿਨ ਘਰ ਨੂੰ ਸੜ ਦੇਣਾ ਹੈ। ਇੱਦਾਂ ਹੀ ਸਾਡਾ ਜੀਵਨ ਹੈ, ਇਸ ਦੇ ਆਲੇ ਦੁਆਲੇ ਕਾਲ ਦਾ ਦਾਇਰਾ ਹੈ, ਸਮਾਂ ਬੀਤਦਾ ਜਾਂਦਾ ਹੈ, ਇੱਕ ਦਿਨ ਸਰੀਰ ਨੇ ਨਾਸ ਹੋ ਜਾਣਾ ਹੈ। ਤੇ ਅਸੀਂ ਇਸੇ ਦਾ ਮਾਣ ਕਰਦੇ ਹਾਂ। ਜਿਸ ਕਾਰਜ ਵਾਸਤੇ ਆਏ ਉਹ ਕਾਰਜ ਨਹੀਂ ਪੂਰਾ ਕਰਦੇ। ਔਦ ਅਨਲ ਤਿਨ ਤਨ ਤਿਨ ਕੋ ਮੰਦਰ, ਚੌ ਦਿਸ ਠਾਠ ਠਹਿਓ। ਕਹਿ ਕਬੀਰ ਪੈਬ ਸਾਗਰ ਤਾਰਨ ਕੋ, ਮੈਂ ਸਤਿਗੁਰ ਓਟ ਲਿਓ। ਕਹਿੰਦੇ ਔਦ ਕੱਢਦੀ ਹੈ, ਉਮਰ ਕੱਢਦੀ ਹੈ। ਇੱਦਾਂ ਜਿਵੇਂ ਤਿੰਨ ਦਾ ਮੰਦਰ, ਘਾਹ ਫੂਸ ਦਾ ਮੰਦਰ ਹੈ, ਆਲੇ ਦੁਆਲੇ ਅੱਗ ਲੱਗੀ ਹੋਵੇ, ਸੜ ਜਾਣਾ। ਇੱਦਾਂ ਸਾਨੂੰ ਪਤਾ ਕਿ ਸਾਡਾ ਸਰੀਰ ਜਿਹੜਾ ਇੱਕ ਦਿਨ ਨਾਸ ਹੋ ਜਾਣਾ ਹੈ ਤੇ ਅਸੀਂ ਫਿਰ ਡੁੱਬ ਜਾਵਾਂਗੇ। ਪਰ ਬਾਬਾ ਕਬੀਰ ਜੀ ਕਹਿੰਦੇ ਅਸੀਂ ਤਾਂ ਭਵ ਸਾਗਰ ਤਰਨ ਵਾਸਤੇ ਫਿਰ ਸਤਿਗੁਰ ਦੀ ਓਟ ਲਈ, ਆਸਰਾ ਲਿਆ ਕਿ ਤੂੰ ਹੀ ਸਾਨੂੰ ਇੱਥੋਂ ਬਚਾ ਸਕਦਾ ਹੈ, ਤੂੰ ਇਸ ਮਾਇਆ ਦੀ ਅਗਨ ਤੋਂ ਸਾਨੂੰ ਬਚਾ ਸਕਦਾ ਹੈ, ਤੂੰ ਹੀ ਸਾਨੂੰ ਬੰਧਨਾਂ ਤੋਂ ਬਚਾ ਸਕਦਾ ਹੈ, ਤੂੰ ਹੀ ਸਾਨੂੰ ਲਾਲਚ ਤੋਂ ਬਚਾ ਸਕਦਾ ਹੈ। ਫਿਰ ਉਸ ਪ੍ਰਭੂ ਦੀ ਦਇਆ ਦੇ ਨਾਲ ਜਦੋਂ ਆਸਰਾ ਲੈਂਦੇ ਹਾਂ ਸਤਿਗੁਰ ਦਾ, ਜਿਵੇਂ ਪੰਚਮ ਪਾਤਸ਼ਾਹ ਸਮਝਾਉਂਦੇ ਨੇ, ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਪਾਵਕ ਤਲੇ ਜਰਾਵਤ ਹੈ। ਕਹੋ ਨਾਨਕ ਬੰਧਨ ਕਾਟਨ ਕੋ, ਮੈਂ ਸਤਿਗੁਰ ਪੁਰਖ ਧਿਆਵਤ ਹੈ। ਕਹਿੰਦੇ ਇੱਦਾਂ ਜੀਵ ਤ੍ਰਿਣ ਦਾ ਮੰਦਰ ਸਵਾਰਿਆ ਹੈ, ਉਹਦੇ ਥੱਲੇ ਅੱਗ ਜਲੀ ਹੈ, ਐਸੇ ਘਰ ਵਿੱਚ ਬੈਠਾ ਹੈ। ਤ੍ਰਿਣ ਕੋ ਮੰਦਰ ਸਾਜ ਸਵਾਰਿਓ, ਪਾਵਨ ਤਲੇ ਜਰਾਵਤ ਹੈ। ਤੇ ਕਹਿੰਦੇ ਦੱਸਦੇ ਨੇ, ਕਹਿੰਦੇ ਪਾਵ ਥੱਲੇ ਜਰਾਵਤ ਹੈ, ਐਸੇ ਗੜ ਮੈਂ ਹੈਠ ਹਠੀਲੋ, ਫੂਲ ਫੂਲ ਕਿਆ ਪਾਵਤ ਹੈ। ਕਹਿੰਦੇ ਕਿਆ ਬੈਠਾ ਇਹਦੇ 'ਚ ਤੂੰ ਬੜਾ ਖੁਸ਼ ਹੋ ਰਿਹਾ ਹੈ, ਫੁੱਲਦਾ ਹੈ, ਤੈਨੂੰ ਪਤਾ ਨਹੀਂ ਵੀ ਇਹ ਤ੍ਰਿਣ ਦਾ ਮੰਦਰ ਹੈ, ਸਵਾਰਿਆ ਹੋਇਆ, ਇਹਦੇ ਥੱਲੇ ਅੱਗ ਲੱਗੀ ਹੋਈ ਹੈ, ਤੂੰ ਐਸੇ ਘਰ ਵਿੱਚ ਬੈਠਾ ਬੜਾ ਫੁੱਲਿਆ ਹੈ। ਤੇ ਕਹਿੰਦੇ ਅਸੀਂ ਨਹੀਂ। ਕਹੋ ਨਾਨਕ ਬੰਧਨ ਕਾਟਨ ਕੋ, ਮੈਂ ਸਤਿਗੁਰ ਪੁਰਖ ਧਿਆਵਤ ਹੈ। ਇੱਥੇ ਵੀ ਬਾਬਾ ਕਬੀਰ ਜੀ ਇਹ ਸਮਝਾ ਰਹੇ ਨੇ, ਉਹ ਪੰਚਮ ਪਾਤਸ਼ਾਹ ਦੇ ਸ਼ਬਦ ਸੀ ਕਿ ਅਸੀਂ ਵੀ ਕਹਿ ਕਬੀਰ ਪੈ ਸਾਗਰ ਤਰਨ ਕੋ, ਮੈਂ ਸਤਿਗੁਰ ਓਟ ਲਿਓ। ਵੀ ਅਸੀਂ ਤਾਂ ਸਤਿਗੁਰ ਦੀ ਓਟ ਲਈ ਭਵ ਸਾਗਰ ਤਰਨ ਦੇ ਵਾਸਤੇ।
ਸੋ ਆਓ ਹੁਣ ਆਪਾਂ ਨਾਲ ਸਤਿਗੁਰ ਹੈ ਕਿ ਸੱਚਾ ਗੁਰ, ਸੱਚਾ ਉਪਦੇਸ਼, ਸੱਚੀ ਸਿੱਖ ਭਗਤ ਜਨਾਂ ਦਾ ਸੰਗ ਕਰਕੇ ਤੇ ਉਹ ਗਿਆਨ ਲੈ ਕੇ ਆਪਾਂ ਫਿਰ ਕਿਸੇ ਜੀਵ ਨਾਲ ਨਹੀਂ ਜੁੜਨਾ, ਕਿਸੇ ਬੰਦੇ ਨਾਲ ਨਹੀਂ ਜੁੜਨਾ ਹੁੰਦਾ, ਅਸੀਂ ਗਿਆਨ ਨਾਲ ਜੁੜਨਾ ਹੈ। ਕਿਉਂਕਿ ਅਸੀਂ ਗਿਆਨ ਸਾਡੇ ਨਾਲ ਹਰ ਸਮੇਂ ਰਹਿ ਸਕਦਾ ਹੈ। ਗੁਰ, ਸੱਚਾ ਉਪਦੇਸ਼, ਸੱਚੀ ਵਿਦ, ਸੱਚੀ ਸਾਖੀ, ਸੱਚੀ ਬਾਣੀ, ਬਹੁਤ ਸਾਰੇ ਨਾਮ ਨੇ ਤੇ ਉਹ ਸਾਡੇ ਨਾਲ ਹਰ ਸਮੇਂ ਰਹਿ ਸਕਦੀ ਹੈ। ਲੇਕਿਨ ਬੰਦਾ ਸਾਡੇ ਨਾਲ ਹਰ ਸਮੇਂ ਨਹੀਂ ਰਹਿ ਸਕਦਾ, ਕਿਉਂਕਿ ਸਰੀਰ ਜੋ ਹੈ ਉਸ ਦਾ ਅੱਜ ਹੈ, ਅੱਜ ਸਾਨੂੰ ਉਪਦੇਸ਼ ਦਿੱਤਾ, ਕੱਲ੍ਹ ਨੂੰ ਸਰੀਰ ਨਹੀਂ ਵੀ ਰਹਿ ਸਕਦਾ। ਲੇਕਿਨ ਉਪਦੇਸ਼ ਕਦੇ ਮਰਦਾ ਨਹੀਂ ਹੈ। ਇਸ ਕਰਕੇ ਆਪਾਂ ਕਿਸ ਨਾਲ ਜੁੜਨਾ ਹੈ? ਉਪਦੇਸ਼ ਦੇ ਨਾਲ, ਗਿਆਨ ਦੇ ਨਾਲ। ਜਿਵੇਂ ਗੁਰੂ ਸਾਹਿਬਾਨਾਂ ਦੇ ਆਪਾਂ ਉਪਦੇਸ਼ ਅੱਜ ਵੀ ਅਮਰ ਨੇ, ਸਰੀਰ ਨਹੀਂ। ਗੁਰੂ ਸਾਹਿਬਾਨ ਵੀ ਅਮਰ ਨੇ ਪਰ ਸਰੀਰ ਨਹੀਂ, ਕਿਉਂਕਿ ਉਹ ਸਰੀਰ ਨਹੀਂ ਸੀ। ਸਰੀਰ ਇੱਕ ਕੱਪੜਾ ਹੈ ਮਾਇਆ ਦਾ, ਜਿਹਨੇ ਨਾਸ ਹੋਣਾ ਹੈ। ਹੁਣ ਆਪਾਂ ਕਿਵੇਂ ਜੁੜਨਾ ਹੈ ਉਹ ਆਪਾਂ ਸਮਝਣਾ ਹੈ। ਉਹ ਹੈ ਗੁਰ ਦਾ ਗਿਆਨ, ਜੁਗਤੀ, ਵਿਧੀ। ਕਿ ਮਨ ਕਿਵੇਂ ਫਸਿਆ ਹੈ, ਮਨ ਕਿਸ ਨੂੰ ਦੇਖਦਾ ਹੈ? ਸੰਸਾਰ ਨੂੰ। ਜਿਵੇਂ ਆਪਾਂ ਵਿਚਾਰਿਆ ਹੈ, ਕੋਈ ਕਰਮ ਧਰਮ ਕਰਦਾ ਹੈ, ਕੋਈ ਤੀਰਥਾਂ 'ਤੇ ਨਹਾਉਂਦਾ ਹੈ, ਕੋਈ ਦੇਵੀ ਦੇਵਤਿਆਂ ਨੂੰ ਪੂਜਦਾ ਹੈ, ਕੋਈ ਲੋਭ ਵਸ ਪਿਆ ਹੋਇਆ ਹੈ ਮਨ ਬੰਦਰ ਦੀ ਨਿਆਈ, ਤੇ ਕੋਈ ਜੀਵ ਧੀਆਂ ਪੁੱਤਰਾਂ ਪਰਿਵਾਰ ਨੂੰ, ਸਰੀਰ ਨੂੰ ਇਹਦੇ ਵਿੱਚ ਹੀ ਮਸਤ ਰਹਿੰਦਾ ਹੈ। ਪਰ ਜਿਸ ਨੇ ਸਾਰਾ ਕੁਝ ਦਿੱਤਾ ਹੈ ਸਾਨੂੰ, ਜੋ ਇੰਨਾ ਨੇੜੇ ਹੈ, ਉਸ ਨੂੰ ਨਹੀਂ ਦੇਖਦਾ। ਦਾਤਾਂ ਨੂੰ ਦੇਖ ਰਿਹਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ। ਇਸ ਵਿਖ ਨੂੰ ਛੱਡ ਕੇ ਹਰੀ 'ਚ ਰਚਣ ਦੇ ਵਾਸਤੇ ਫਿਰ ਇੱਕ ਜੁਗਤੀ ਹੈ, ਗੁਰ ਹੈ। ਉਸ ਨੂੰ ਆਪਾਂ ਸਮਝਣਾ ਹੁੰਦਾ ਹੈ। ਜਦੋਂ ਅਸੀਂ ਉਸ ਨੂੰ ਜਾਣ ਲਿਆ, ਦੇਖ ਲਿਆ, ਸਮਝ ਲਿਆ, ਪਹਿਚਾਣ ਲਿਆ, ਫਿਰ ਇਹ ਸਾਰਾ ਖੇਲ ਸਮਝਿਆ ਜਾਂਦਾ ਹੈ। ਫਿਰ ਇਹ ਸਾਰਾ ਹਰੀ ਦੀ ਰਚਨਾ ਸਾਨੂੰ ਦਿਸਦੀ ਹੈ। ਫਿਰ ਇਹ ਹਰੀ ਦਾ ਹੀ ਕਿਰਤ ਦਿਸਦੀ ਹੈ, ਰੂਪ ਦਿਸਦਾ ਹੈ। ਇਸ ਕਰਕੇ ਸਾਨੂੰ ਸਮਝਾਉਂਦੇ ਨੇ ਵੀ ਜਿੰਨੀ ਦੇਰ ਆਪਾਂ ਵਿਛੜੇ ਹਾਂ, ਉਨੀ ਦੇਰ ਇਹ ਸਾਡੇ ਵਾਸਤੇ ਵਿਖ ਹੈ। ਜੇ ਆਪਾਂ ਉਸ ਨੂੰ ਜਾਣ ਲਿਆ, ਜਿਹਨੇ ਇਹ ਰਚਨਾ ਰਚੀ ਹੈ ਮਾਇਆ ਦੀ, ਜਿਹਦੇ ਮੋਹ 'ਚ ਸਾਨੂੰ ਫਸਾਇਆ ਗਿਆ ਹੈ, ਫਿਰ ਸਾਡੇ ਵਾਸਤੇ ਇਹ ਅੰਮ੍ਰਿਤ ਬਣ ਜਾਂਦੀ ਹੈ। ਮੇਰਾ ਸਮਝਾਉਂਦੇ ਨੇ, ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ। ਵੀ ਜਿਹਨੇ ਮਾਇਆ ਮਮਤਾ ਮੋਹਣੀ ਨੂੰ ਕੀਤਾ, ਪੈਦਾ ਤਾਂ ਪਰਮੇਸ਼ਰ ਦੀ ਕੀਤੀ ਹੈ ਨਾ, ਵੀ ਉਹਨੂੰ ਜਾਣ ਲਓ। ਵਿਖਿਆ ਅੰਮ੍ਰਿਤ ਏਕ ਹੈ, ਬੁੱਝੈ ਪੁਰਖ ਸੁਜਾਨ। ਜਿਨ੍ਹਾਂ ਨੇ ਉਸ ਨੂੰ ਬੁੱਝ ਲਿਆ, ਪਰਮੇਸ਼ਰ ਨੂੰ ਜਾਣ ਲਿਆ, ਉਹਦੇ ਵਾਸਤੇ ਫਿਰ ਇਹ ਮਾਇਆ ਵੀ, ਵਿਖਿਆ ਵੀ ਅੰਮ੍ਰਿਤ ਹੈ, ਕਿਉਂਕਿ ਫਿਰ ਉਸੇ ਦੀ ਰਚਨਾ ਹੈ। ਸੋ ਆਪਾਂ ਕਿਵੇਂ ਉਸ ਨੂੰ ਬੁੱਝਣਾ ਹੈ, ਕਿਵੇਂ ਦੇਖਣਾ ਹੈ, ਕਿਵੇਂ ਉਲਝੇ ਹਾਂ, ਉਹ ਸਮਝਣਾ ਹੈ। ਕਿ ਮਨ ਹੈ ਕਿ ਮਨ ਨੇਤਰਾਂ ਦੇ ਵਿੱਚ ਆ ਕੇ ਬੈਠਾ ਹੈ। ਸਭ ਤੋਂ ਉੱਚਾ ਸਥਾਨ ਮਨ ਨੂੰ ਦਿੱਤਾ ਹੈ ਸਾਡੇ ਸਰੀਰ ਦੇ ਵਿੱਚ। ਨੇਤਰਾਂ 'ਚ ਜੋਤ ਰੱਖੀ ਹੈ। ਹੁਣ ਨੇਤਰ ਦੋ ਨੇ, ਇਸ ਕਰਕੇ ਦੋ ਜੋਤਾਂ ਮਨ ਹੋ ਗਿਆ ਹੈ। ਦੋ ਨੇਤਰ ਨੇ, ਦੋ ਜੋਤਾਂ ਦੇ ਵਿੱਚ ਵੰਡਿਆ ਗਿਆ ਹੈ। ਵੰਡਿਆ ਕਿਵੇਂ ਗਿਆ? ਪਾਉਣ 'ਚ ਮਿਲਿਆ, ਜਿੱਥੋਂ ਸਵਾਸ ਆਉਂਦਾ ਇੱਥੇ ਧਿਆਨ ਮਿਲਿਆ, ਸਰੀਰ ਦੀ ਸੋਝੀ ਹੋਈ, ਇੱਥੋਂ ਆ ਕੇ ਨੇਤਰਾਂ 'ਚ ਬੈਠ ਗਿਆ। ਤੇ ਜਿਹੜਾ ਆ ਕੇ ਨੇਤਰਾਂ 'ਚ ਬੈਠਿਆ ਸੀ, ਜਿਸ ਰਸਤੇ ਨੂੰ ਆਇਆ ਸੀ, ਉਹ ਰਸਤਾ ਭੁੱਲ ਗਿਆ ਤੇ ਕਿਵੇਂ ਚੱਲਣਾ ਸ਼ੁਰੂ ਕਰ ਦਿੱਤਾ? ਸਾਹਮਣੇ ਸਿੱਧਾ। ਇਹ ਮਾਰਗ ਹੀ ਭੁੱਲ ਗਿਆ। ਤੇ ਜਦੋਂ ਇੱਧਰ ਨੂੰ ਚੱਲਦਾ ਹੈ, ਇਸ ਨੂੰ ਸੰਸਾਰ ਦਿਸਦਾ ਹੈ, ਨਿਰੰਕਾਰ ਨਹੀਂ ਦਿਸਦਾ। ਤੇ ਹੁਣ ਆਪਾਂ ਫਿਰ ਕਿਹੜਾ ਰਸਤਾ? ਇਹ ਰਸਤਾ ਛੱਡ ਕੇ ਆਪਾਂ ਫਿਰ ਇਸ ਰਸਤੇ ਨੂੰ ਜਾਣਾ, ਜਿਹੜਾ ਮਾਰਗ ਆਪਾਂ ਭੁੱਲੇ ਹਾਂ। ਇਹਨੂੰ ਕਹਿੰਦੇ ਆ ਪ੍ਰੇਮ ਦਾ ਮਾਰਗ। ਇਹਨੂੰ ਮਾਰਗ ਸੁਣਾਉਂਦੇ ਨੇ, ਪੰਥਾ ਪ੍ਰੇਮ ਨਾ ਜਾਣੀ, ਭੂਲੀ ਫਿਰੈ ਗਵਾਰ। ਨਾਨਕ ਹਰਿ ਬਿਸਰਾਏ ਕਰ ਪਾਉਂਦੇ ਨਰਕ ਅੰਧਿਆਰ। ਹੁਣ ਆਪਾਂ ਸਭ ਤੋਂ ਪਹਿਲਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ, ਜਿੱਥੋਂ ਸਾਡੀ ਲਿਵ ਟੁੱਟੀ ਹੈ,
ਉੱਥੇ ਲੈ ਕੇ ਆਉਣਾ ਹੈ। ਇਹ ਦਰ ਹੈ ਪ੍ਰਭੂ ਦਾ। ਇੱਥੋਂ ਮਾਲਕ ਦਾ ਦਰ ਸ਼ੁਰੂ ਹੋ ਜਾਂਦਾ ਹੈ। ਇੱਥੇ ਆ ਕੇ ਆਪਾਂ ਦੇਖਣਾ ਹੈ ਕਿ ਸਾਡੀ ਅਵਸਥਾ ਕੀ ਹੈ, ਕਿਉਂਕਿ ਬਹੁਤ ਸਾਰੇ ਜੀਵ ਐਸੇ ਨੇ ਜਿਹੜੇ ਦੋ ਦ੍ਰਿਸ਼ਟੀ ਹੋਈ ਨਹੀਂ, ਜਿਹੜੇ ਇੱਕ ਦ੍ਰਿਸ਼ਟੀ ਨੇ, ਜਿਹੜੇ ਦੇਵਤਾ ਹੀ ਨੇ। ਉਹਨਾਂ ਦੀ ਕਰਨੀਆਂ ਵੀ ਦੇਵਤਿਆਂ ਵਰਗੀਆਂ ਹੁੰਦੀਆਂ ਨੇ। ਆਪਾਂ ਕਹਿ ਵੀ ਦਿੰਦੇ ਹਾਂ ਵੀ ਇਹ ਤਾਂ ਇਨਸਾਨ ਨਿਰਾ ਦੇਵਤਾ ਹੈ, ਅਤੇ ਇਨਸਾਨ ਇਹ ਬਹੁਤ ਜ਼ਿਆਦਾ ਸ਼ੈਤਾਨ ਹੈ। ਕਿਉਂਕਿ ਜਿਹੋ ਜਿਹੀ ਕਿਸੇ ਦੀ ਕਰਨੀ ਹੁੰਦੀ, ਕਰਨੀ ਕਦੋਂ ਬਣਦੀ? ਜਿਹੋ ਜਿਹੀ ਉਸ ਦੀ ਦ੍ਰਿਸ਼ਟੀ ਹੁੰਦੀ ਹੈ, ਸੋਚ ਹੁੰਦੀ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਆਪ ਨੂੰ ਸਮਝਣਾ ਹੁੰਦਾ ਹੈ ਕਿ ਅਸੀਂ ਕਿਸ ਅਵਸਥਾ 'ਚ ਹਾਂ। ਜਦੋਂ ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਦ੍ਰਿਸ਼ਟੀ ਫੋਕਸ ਕਰਕੇ ਦੇਖਣਾ ਹੈ, ਆਪਾਂ ਇਹ ਦੇਖਣਾ ਹੈ ਕਿ ਸਾਨੂੰ ਆਪਣਾ ਨੱਕ ਨਜ਼ਰ ਆਉਂਦਾ ਹੈ ਜਾਂ ਨਹੀਂ। ਕਿਉਂਕਿ ਜੇਕਰ ਨੱਕ ਨਜ਼ਰ ਆਉਂਦਾ ਹੈ, ਫਿਰ ਸਾਡੀ ਮਨ ਜਿਹੜਾ ਦੋ ਦ੍ਰਿਸ਼ਟੀ ਦੇ ਵਿੱਚ ਹੈ, ਦੋ ਜੋਤਾਂ ਵਿੱਚ ਹੈ। ਜੇ ਇੱਥੇ ਦੇਖਣ ਦੇ ਨਾਲ ਨੱਕ ਨਜ਼ਰ ਨਹੀਂ ਆਉਂਦਾ, ਫਿਰ ਆਪਾਂ ਇੱਕ ਦ੍ਰਿਸ਼ਟ ਹਾਂ, ਜਿੱਥੇ ਸਾਡਾ ਮਨ ਦੇਵਤਾ ਹੈ। ਇਹਨਾਂ ਆਪਾਂ ਦੇਖਣਾ ਹੈ। ਜੇਕਰ ਅਸੀਂ ਦੋ ਦ੍ਰਿਸ਼ਟੀ ਦੇ ਵਿੱਚ ਹਾਂ, ਫਿਰ ਆਪਾਂ ਇਹ ਦੇਖਣਾ ਹੈ, ਜੇ ਨੱਕ ਦਿਸਦਾ ਹੈ, ਕਿ ਕਿਸ ਪਾਸੇ ਤੋਂ ਨਜ਼ਰ ਆਉਂਦਾ ਹੈ। ਸੱਜੇ ਨਜ਼ਰ ਆਉਂਦਾ ਹੈ, ਖੱਬੇ ਜਾਂ ਵਿਚਾਲੇ, ਦੋਨੋਂ ਪਾਸੇ। ਇੱਧਰ ਵੀ ਆ ਸਕਦਾ, ਕਿਸੇ ਨੂੰ ਸਾਰਾ ਨੱਕ ਸੱਜੇ ਪਾਸੇ ਨਜ਼ਰ ਆਉਂਦਾ ਹੈ, ਕਿਸੇ ਨੂੰ ਖੱਬੇ ਪਾਸੇ ਨਜ਼ਰ ਆਉਂਦਾ ਹੈ, ਅਤੇ ਕਿਸੇ ਨੂੰ ਦੋਨੋਂ ਪਾਸੇ ਤੋਂ ਨਜ਼ਰ ਆਉਂਦਾ ਹੈ। ਇਹਨਾਂ ਆਪਾਂ ਦੇਖਣਾ ਹੈ। ਉਸ ਤੋਂ ਬਾਅਦ ਆਵਾਜ਼ ਦੇਵਾਂਗੇ ਆਪ ਜੀ ਨੂੰ ਕਿ ਤੁਸੀਂ ਧਿਆਨ ਸਾਹਮਣੇ ਲੈ ਕੇ ਆਓ। ਸਮਝ ਲਓ ਕਿਵੇਂ ਕਰਨਾ ਹੈ। ਪਹਿਲਾਂ ਇਸ ਪੁਆਇੰਟ 'ਤੇ ਦੇਖ ਕੇ ਆਪਣੇ ਆਪ ਨੂੰ ਦੇਖਣਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ ਹਾਂ। ਨੱਕ ਦਿਸਦਾ ਜਾਂ ਨਹੀਂ, ਜੇ ਦਿਸਦਾ ਕਿਸ ਪਾਸੇ ਤੋਂ ਦਿਸਦਾ, ਇਹਨਾਂ ਆਪਣੇ ਆਪ ਨੂੰ ਪਰਖਣਾ ਹੈ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਆਪਾਂ ਕੀ ਕਰਨਾ? ਸਾਹਮਣੇ ਦੇਖਣਾ ਹੈ, ਧਿਆਨ ਸਾਹਮਣੇ ਲੈ ਆਉਣਾ। ਫਿਰ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਆਪਾਂ ਕੀ ਕਰਨਾ? ਪਲਕਾਂ ਉੱਤੇ ਚੁੱਕਦੇ ਨਹੀਂ, ਧਿਆਨ ਮਸਤਕ ਦੇ ਸਾਹਮਣੇ ਲੈ ਜਾਣਾ। ਫਿਰ ਜਦੋਂ ਕਹਾਂਗਾ ਸਾਹਮਣੇ ਲੈ ਆਓ ਧਿਆਨ, ਫਿਰ ਵਾਪਸ ਸਾਹਮਣੇ ਲੈ ਆਉਣਾ। ਫਿਰ ਜਦੋਂ ਕਹਾਂਗੇ ਸਮ ਕਰਕੇ ਦੇਖੋ, ਦ੍ਰਿਸ਼ਟੀ ਫੋਕਸ ਕਰਕੇ ਦੇਖੋ, ਫਿਰ ਇਸ ਪੁਆਇੰਟ 'ਤੇ ਆ ਕੇ ਦੇਖਣਾ ਹੈ। ਜੇਕਰ ਕੋਈ ਨਵਾਂ ਜੀਵ ਜਿਸ ਨੂੰ ਨੱਕ ਪਹਿਲਾਂ ਦਿਸਦਾ ਹੈ, ਉਸਨੇ ਫਿਰ ਵਾਪਸ ਆ ਕੇ ਦੇਖਣਾ ਹੈ ਕਿ ਨੱਕ ਦਿਸਣੋਂ ਹਟ ਗਿਆ। ਜੇਕਰ ਉਸਨੂੰ ਆਪਣਾ ਨੱਕ ਦਿਸਣੋਂ ਹਟ ਗਿਆ ਤਾਂ ਉਹ ਇੱਕ ਦ੍ਰਿਸ਼ਟ ਹੋ ਗਿਆ, ਉੱਥੇ ਮਨ ਦੇਵਤਾ ਅਵਸਥਾ ਵਿੱਚ ਚਲੇ ਗਿਆ। ਆਪਣੇ ਆਪ ਨੂੰ ਪਰਖ ਲੈਣਾ ਹੈ, ਕਿਉਂਕਿ ਫਿਰ ਹੀ ਸਾਡਾ ਧਿਆਨ ਮਾਲਕ 'ਚ ਲੱਗੇਗਾ। ਜਦੋਂ ਅਸੀਂ ਇੱਕ ਦ੍ਰਿਸ਼ਟ ਹੋ ਜਾਵਾਂਗੇ, ਹਉਮੈ ਤੋਂ ਰਹਿਤ ਹੋ ਜਾਵਾਂਗੇ, ਸਾਡਾ ਆਕਾਰ ਨਿਰਾਕਾਰ 'ਚ ਸਮਾ ਜਾਏਗਾ। ਸੋ ਆਓ ਆਪਣੇ ਆਪ ਨੂੰ ਦ੍ਰਿਸ਼ਟੀ ਸਮ ਕਰਕੇ, ਇੱਥੇ ਦ੍ਰਿਸ਼ਟੀ ਨੂੰ ਫੋਕਸ ਕਰਕੇ, ਨੇਤਰ ਸਮ ਕਰਕੇ ਆਪਣੇ ਆਪ ਨੂੰ ਪਹਿਚਾਣੋ, ਦੇਖੋ, ਫਿਰ ਅੱਗੇ ਧਿਆਨ ਲਾਵਾਂਗੇ। ਧਿਆਨ ਸਾਹਮਣੇ ਲੈ ਕੇ ਆਓ, ਸਾਹਮਣੇ ਦੇਖੋ ਜੀ। ਮਸਤਕ ਦੇ ਸਾਹਮਣੇ ਲੈ ਜਾਓ ਧਿਆਨ, ਪਲਕਾਂ ਉੱਤੇ ਚੁੱਕ ਦਿਓ।
फिर सामने लेके आओ। फिर सम करके देखो अपने आप नू, दृष्टि सम करके अपने आप नू देखो, इत्थे दृष्टि फोकस करके। देखना है जेकर कोई नवा जीव है कि नक दिसनों हट गया, जे दिसदा सी किसे नू, क्योंकि ये निशानी है सब तो पहला एक दृष्टि दी कि उसनों अपना नक नज़र नहीं आएगा। नीचे लै जो ध्यान, बिल्कुल रिलैक्स। नीचे जो थले विछया है, चादर विछी, कपड़ा जो भी है, फर्श है, उस तो थोड़ा ऊपर देखना है रिलैक्स होके। इत्थे सानू जल की तरह प्रकाश दियाँ तरंगां अनुभव होनियां शुरू होणगियां। एक हलचल शुरू हो जाएगी, हलचल दिसनी। सम करके फिर देखिए अपने आप नू, दृष्टि फोकस करके अपने आप नू फिर देखिए।
फिर नीचे ले जो ध्यान। फिर सम करके देखिए अपने आप ਨੂੰ। फिर दृष्टि फोकस करके अपने आप ਨੂੰ देखो जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਇਹ ਮਾਰਗ ਹੈ ਜਿੱਥੇ ਸਾਡਾ ਮਨ ਵੀ ਰੁਕੇਗਾ। ਜੋ ਇਹ ਮਾਇਆ ਦੀ ਅਗਨ ਦੇ ਵਿੱਚ ਸੜਦਾ ਹੈ, ਨਫ਼ਰਤ ਦੇ ਵਿੱਚ ਸੜਦਾ ਹੈ, ਉੱਥੇ ਗੁਰ ਹੀ ਪਾਣੀ ਦਾ ਕੰਮ ਵੀ ਕਰੇਗਾ। ਤੇ ਜੇ ਮਨ ਦੌੜਦਾ ਇਸ ਨੂੰ ਰੋਕਣ ਦੇ ਵਾਸਤੇ, ਇਹ ਥੰਮਣ ਵੀ ਹੈ ਸਾਡੇ ਅੰਦਰੋਂ। ਭਰਮ ਵੀ ਖਤਮ ਹੋਏਗਾ, ਪੈ ਵੀ ਖਤਮ ਹੋਏਗਾ। ਪਰ ਹੋਏਗਾ ਜੇ ਅਸੀਂ ਗੁਰ ਨੂੰ ਕਮਾਵਾਂਗੇ, ਜੇ ਅਸੀਂ ਇਹ ਅਭਿਆਸ ਕਰਾਂਗੇ। ਮੁਖ ਉਜਲ ਹੋਏਗਾ, ਸਾਡਾ ਮਨ ਜਾਗੇਗਾ, ਆਪੇ ਦੀ ਪਹਿਚਾਣ ਹੋਏਗੀ। ਸੱਚੇ ਤਨ ਦੀ, ਕੱਚੇ ਤਨ ਦਾ ਸਾਨੂੰ ਭੇਤ ਆਏਗਾ। ਤੇ ਸਾਨੂੰ ਪਤਾ ਚੱਲ ਜਾਏਗਾ ਕਿ ਕੱਚਾ ਤਨ ਸੰਸਾਰ ਤੱਕ ਸੀਮਤ ਹੈ ਤੇ ਸੱਚਾ ਤਨ ਨਾਲ ਵੀ ਜਾਣਾ ਹੈ। ਮਨ ਦਾ ਜਿਹੜਾ ਖਜ਼ਾਨਾ ਹੈ ਉਹ ਕੀ ਹੈ? ਨਾਮ। ਮਨ ਕਾ ਤੋਸਾ ਹਰ ਨਾਮ ਹੈ। ਹਿਰਦਾ ਰੱਖੋ ਸੰਭਾਲ। ਇਹ ਕਿੱਥੇ? ਹਿਰਦੇ 'ਚ। ਇਹ ਬੈਂਕਾਂ ਦੇ ਵਿੱਚ ਨਹੀਂ ਹੈ, ਇਹ ਹਿਰਦੇ 'ਚ ਹੀ ਜਮ੍ਹਾਂ ਹੁੰਦਾ ਹੈ। ਇਹ ਖਰਚ ਅਖੁੱਟ ਹੈ, ਗੁਰਮੁਖ ਨਿਭੈ ਨਾਲ। ਇਹ ਨਾਲ ਨਿਭਣਾ ਹੈ। ਸੋ ਆਓ ਗੁਰਮੁਖ ਪਿਆਰਿਓ, ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।